ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ, ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰਦੇ ਹੋਏ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕੇ ਧੁਰ ਦਰਗਾਹੀ ਬਚਨਾਂ ਨੂੰ ਪੜ੍ਹਦੇ ਸੁਣਦੇ ਸ਼ਰਧਾ ਨਾਲ ਆ ਰਹੇ ਹਾਂ। ਮਹਾਰਾਜ ਕਿਰਪਾਲੂ ਦਿਆਲੂ ਸਤਿਗੁਰੂ ਗਰੀਬ ਨਵਾਜ਼ ਸਾਡੇ ਜੀਵਾਂ ਤੇ ਕਿਰਪਾਲਤਾ ਕਰਦਿਆਂ ਹੋਇਆਂ ਸਾਨੂੰ ਚੱਲ ਰਹੀ ਲੜੀਵਾਰ ਗੁਰੂ ਬਾਣੀ ਦੀ ਕਥਾ ਦੇ ਦੁਆਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1399 ਅੰਗ ਦੇ ਉੱਪਰ ਅੱਜ ਦੇ ਬਚਨ, ਅੱਜ ਦੀ ਵਿਚਾਰ, ਜੋ ਭੱਟਾਂ ਦੇ ਸਵਈਆਂ ਦੇ ਵਿਚਾਰ ਚੱਲ ਰਹੀ ਹੈ। ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਭੱਟ ਸਾਹਿਬਾਨ ਉਹਨਾਂ ਦੀ ਉਸਤਤ ਵਡਿਆਈ ਉਪਮਾ ਗਾਇਨ ਕਰਦੇ ਹੋਏ ਆ ਰਹੇ ਨੇ। ਬੜੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਭੱਟ ਸਾਹਿਬਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਾਜ਼ੂਰੀ ਅੰਦਰ ਰਾਮਸਰ ਦੀ ਧਰਤੀ ਤੇ ਇਹ ਬਚਨ ਗਾਇਨ ਕਰ ਰਹੇ ਨੇ। ਮਹਾਰਾਜ ਜੀ ਨੇ ਉਹ ਬਚਨ ਸਾਡਾ ਅਕੀਦਾ ਪਰਪੱਕ ਕਰਵਾਉਣ ਵਾਸਤੇ, ਸਾਨੂੰ ਮੰਜ਼ਲ ਤੇ ਪਹੁੰਚਾਉਣ ਵਾਸਤੇ ਉਹ ਉਸਤਤ ਸਤਿਗੁਰਾਂ ਦੀ ਇੱਥੇ ਅੰਕਿਤ ਕੀਤੀ ਹੈ। ਰੱਡਨਾਮਾ ਛੰਦ ਲਿਖਦਿਆਂ ਹੋਇਆਂ ਭੱਟ ਸਾਹਿਬਾਨ ਬੜੇ ਪ੍ਰੇਮ ਦੇ ਨਾਲ ਗਾਇਨ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਿ ਜਿਸੇ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ। ਹੇ ਅਕਾਲ ਪੁਰਖ ਵਾਹਿਗੁਰੂ, ਹੇ ਦੀਨ ਦੁਨੀਆਂ ਦੇ ਮਾਲਕ ਦਾਤਾਰ ਪ੍ਰਭੂ, ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ, ਆਪ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਉਹ ਦਾਤ ਆਪ ਜੀ ਦੇ ਅੰਦਰ ਪ੍ਰਗਟ ਹੋ ਗਈ ਏ। ਆਪ ਜੀ ਨੇ ਉਹ ਦਾਤ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਪ੍ਰਾਪਤ ਕਰ ਲਈਏ। ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਾਰਿਓ ਧਰਤ ਅਰ ਵਿਓਮ, ਜਿਸ ਨੇ ਧਰਤੀ ਨੂੰ ਤਰਵਾਸ ਦਿੱਤਾ ਹੈ, ਜਿਨੇ ਧਰਤੀ ਨੂੰ ਆਸਰਾ ਦੇ ਕੇ ਟਿਕਾਇਆ ਹੋਇਆ ਹੈ, ਅਤੇ ਵਿਓਮ ਆਕਾਸ਼, ਬਿਨ ਥੰਮਾ ਗਗਨ ਰਹਾਇਆ, ਬਿਨਾ ਥੰਮਲਿਆਂ ਤੋਂ ਆਕਾਸ਼ ਮੰਡਲ ਨੂੰ ਜਿਸ ਪਰਮਾਤਮਾ ਨੇ ਖਿਲਾਰਿਆ ਹੈ ਨਾ, ਧਰਤੀ ਨੂੰ ਜਿਸ ਪਰਮਾਤਮਾ ਨੇ ਆਸਰਾ ਦਿੱਤਾ ਹੈ ਨਾ, ਵਾਹਿਗੁਰੂ ਆਪ ਉਸ ਦਾ ਰੂਪ ਹੋ। ਅਤੇ ਪਵਨ ਤੇ ਨੀਰ ਸਰ, ਮਹਾਰਾਜ ਫਿਰ ਪਵਨ ਹਵਾ ਨੂੰ ਬਣਾਉਣ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ,
ਜਿਸ ਨੇ ਸੰਸਾਰ ਦੇ ਅੰਦਰ ਸਮੁੰਦਰ ਪਾਣੀ ਦੇ ਬਣਾ ਦਿੱਤੇ ਨੇ, ਪਾਣੀ ਦੇ ਸਰੋਵਰ ਬਣਾ ਦਿੱਤੇ ਨੇ, ਨਹਿਰਾਂ ਨਦੀਆਂ ਵਗਾ ਦਿੱਤੀਆਂ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਹੈ। ਅਨਲ ਅਨਾਦ ਕੀ, ਅਨਲ ਮੈਣਾ ਇੱਥੇ ਅਨਲ ਦਾ ਅਰਥ ਵਿਦਵਾਨ ਸੱਜਣ ਕਰਦੇ ਅੱਗ, ਜਿਹੜੀ ਹਮਨ ਦੀ ਅੱਗ ਵੀ ਮਚਦੀ ਏ, ਜਿਹੜੀ ਚਿਖਾ ਦੀ ਅੱਗ ਵੀ ਮਚਦੀ ਏ, ਔਰ ਜਿਹੜੇ ਘਰ ਦਾ ਅੰਨ ਅਨਾਜ ਤਿਆਰ ਵੀ ਕਰਦੀ ਸਬਜ਼ੀ ਭਾਜੀ। ਮਹਾਰਾਜ ਕਹਿੰਦੇ ਉਹ ਅਗਨੀ ਜਿਹੜੀ ਹੈ ਨਾ, ਉਹਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ, ਜਿਹੜਾ ਅਨਾਦ। ਔਰ ਅਕਾਲ ਪੁਰਖ ਵਾਹਿਗੁਰੂ ਨੇ ਅਨਾਦ ਤੋਂ ਭਾਵ ਅੰਨ ਆਦ, ਅੰਨ ਭੋਜਨ ਪਾਣੀ ਜੋ ਕੁਝ ਛਕਣ ਛਕਾਉਣ ਨੂੰ ਮਿਲਦਾ ਹੈ। ਜਿਸ ਪਰਮਾਤਮਾ ਵਾਹਿਗੁਰੂ ਨੇ ਇਹ ਸਭ ਕੁਝ ਪੈਦਾ ਕੀਤਾ ਹੈ, ਅਨਾਦ ਆਦ ਕਾਲ ਤੋਂ ਲੈ ਕਰਕੇ ਅਨਾਦਿ, ਜਦੋਂ ਤੋਂ ਪਰਮਾਤਮਾ ਨੇ ਪ੍ਰਕਿਰਤੀ ਨੂੰ ਬਣਾਇਆ, ਇਹ ਸਭ ਕੁਝ ਉਸਨੇ, ਜਿਸ ਨੇ ਇਹ ਪੈਦਾ ਕੀਤਾ ਹੈ ਵਾਹਿਗੁਰੂ ਨੇ। ਸੱਸ ਰਿਖ ਨਿਸ ਸੂਰ ਦਿਨ, ਕਹਿ ਲੱਗੀ ਸੱਸ ਮੈਣਾ ਚੰਦਰਮਾ, ਔਰ ਰਿਖ ਮੈਣਾ ਤਾਰੇ, ਜਿਹੜੇ ਮਾਲਕ ਨੇ ਅਸਮਾਨ ਵਿੱਚ ਰਾਤ ਨੂੰ ਧਰਤੀ ਤੇ ਰੌਸ਼ਨੀ ਬਖੇਰਨ ਵਾਲਾ ਚੰਦਰਮਾ ਵੀ ਬਣਾਇਆ, ਟਿਮਟਮਾਉਣ ਵਾਲੇ ਤਾਰੇ ਵੀ ਬਣਾਏ, ਰਾਤ ਨੂੰ ਟਿਮਟਮਾਉਂਦੇ ਨੇ। ਸੂਰ ਦਿਨ, ਤੇ ਦਿਨ ਦਾ ਜਿਹੜਾ ਸੀ ਰਾਜਾ, ਉਹਨੇ ਸੂਰਜ ਦੇਵ ਨੂੰ ਬਣਾ ਦਿੱਤਾ। ਔਰ ਸੂਰਜ ਨੂੰ ਪੈਦਾ ਕਰਨ ਵਾਲਾ ਵੀ ਪਰਮਾਤਮਾ ਤੂੰ ਐ। ਸੈਲ ਤਰੁ ਫਲ ਫੁੱਲ ਦਿਓ, ਸੈਲ ਦਾ ਅਖਰੀ ਅਰਥ ਆ ਪਹਾੜ ਪੱਥਰ। ਥੇ ਪਰਿਪੂਰਨ ਪਰਮਾਤਮਾ, ਵੱਡੇ ਵੱਡੇ ਪਹਾੜ ਹਿਮਾਲਿਆ ਪਰਬਤ ਜਿਹੇ ਜਿਹੜੇ ਨੇ, ਉਹ ਵੀ ਤੂੰ ਪੈਦਾ ਕੀਤੇ ਨੇ ਵਾਹਿਗੁਰੂ ਜੀ। ਤੇ ਤਰੁ ਮੈਣਾ ਜਿਹੜੇ ਦਰਖਤ, ਮਹਾਰਾਜ ਦਰਖਤਾਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੈ, ਤੇ ਮਾਲਕ ਪੈਦਾ ਉਹਨਾਂ ਨੂੰ ਕਰਕੇ ਉਹਨਾਂ ਨੂੰ ਫੁੱਲ ਲੱਗਦੇ, ਉਹ ਵੀ ਤੇਰੀ ਕਿਰਪਾ ਨਾਲ। ਫੁੱਲਾਂ ਤੋਂ ਫਲ ਲੱਗਦੇ ਪੱਕਦੇ ਨੇ, ਔਰ ਦੁਨੀਆ ਨੂੰ ਨਸੀਬ ਹੁੰਦੇ ਨੇ। ਮਹਾਰਾਜ ਉਹ ਤੇਰੀ ਹੀ ਕਿਰਪਾ ਦੇ ਨਾਲ ਸਾਰਾ ਕੁਝ ਹੋਣਾ ਕਰਦਾ ਵਾਹਿਗੁਰੂ ਜੀ। ਔਰ ਸੰਸਾਰ ਦੇ ਅੰਦਰ ਆ ਕੇ ਸਭ ਕੁਝ ਤੂੰ ਬਣਾਉਣ ਵਾਲਾ ਆ, ਜਿਸ ਨੇ ਇਹ ਸਾਰੇ ਫਲ ਦਿੱਤੇ ਨੇ। ਸੁਰ ਨਰ ਸਪਤ ਸਮੁੰਦਰ ਕੇ, ਮਹਾਰਾਜ ਮੇਰ ਕਰਦੇ ਆ ਭੱਟ ਜੀ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਕਰਦੇ ਆ। ਸੁਰ ਮੈਨੇ ਕਹੀਏ ਦੇਵਤੇ, ਤੇ ਨਰ ਮੈਨੇ ਕਹੀਏ ਮਨੁੱਖ, ਤੇ ਸਪਤ ਸਮੁੰਦਰ ਕੇ, ਜਿਹੜੇ 7 ਸਮੁੰਦਰ ਬਣਾਏ ਆ ਨਾ, ਉਹਨਾਂ ਦਾ ਇਹਨਾਂ ਸਾਰਿਆਂ ਦਾ ਕਰਤਾ ਧਰਤਾ ਕੋਈ ਦੂਜਾ ਨਹੀਂ, ਉਹ ਤੁਸੀਂ ਹੋ। ਮਹਾਰਾਜ ਧਾਰਿਓ ਤਿਰਭਵਨ ਜਾਸ, ਜਾਸ ਜਿਸ ਪ੍ਰਭੂ ਨੇ ਤਿੰਨੇ ਭਵਨ ਆਪਣੇ ਆਸਰੇ ਖਿਲਾਰੇ ਨੇ। ਆਕਾਸ਼ ਲੋਕ ਆ, ਉਹ ਵੀ ਪ੍ਰਭੂ ਦੇ ਆਸਰੇ ਖੜਾ ਹੈ। ਮਾਤ ਲੋਕ ਆ, ਇਹਦੇ ਅੰਦਰ ਜੀਵ ਜੰਤੂ ਨੇ, ਉਹਨਾਂ ਦੀ ਪਦੈਸ਼ ਹੈ, ਉਹਨਾਂ ਦੀ ਪ੍ਰਵਰਸ਼ ਹੈ, ਉਹਨਾਂ ਦੀ ਸੰਘਾਰਤਾ ਹੈ, ਔਰ ਉਹਨਾਂ ਦੀ ਟਕਾਏ ਮਾਨਤਾ ਹੈ। ਮਹਾਰਾਜ ਇਹ ਸਭ ਕੁਝ ਤੁਸੀਂ ਕਰਨ ਵਾਲੇ ਹੋ। ਪਾਤਾਲ ਲੋਕ ਹੈ, ਪਾਤਾਲ ਲੋਕ ਦੇ ਵਿੱਚ ਜਿੰਨੇ ਜੀਵ ਜੰਤੂ ਨੇ, ਮਹਾਰਾਜ ਤੁਹਾਡੇ ਬਗੈਰ ਕੋਈ ਨਹੀਂ। ਧਾਰਿਓ ਤਿਰਭਵਨ ਜਾਸ, ਜਾਸ ਜਿਸ ਪ੍ਰਭੂ ਦੇ ਇਹ ਧਾਰਿਓ ਧਾਰਨ ਕੀਤੇ, ਬਣਾਏ ਹੋਏ, ਟਿਕਾਏ ਹੋਏ, ਭੁਖਸ਼ਿਤ ਕੀਤੇ ਹੋਏ ਨੇ। ਮਹਾਰਾਜ ਦੀ ਉਸਤਤ ਕਰਦਿਆਂ ਭੱਟ ਕਹਿੰਦੇ ਸੋਈ ਏਕ ਨਾਮ ਹਰ ਨਾਮ ਸਤ, ਉਹ ਪਰਿਪੂਰਨ ਪਰਮਾਤਮਾ ਦਾ ਇੱਕੋ ਨਾਂ ਆ।
ਇਹ ਸਾਰਿਆਂ ਨੂੰ ਬਣਾਉਣ ਵਾਲਾ ਉਹਦਾ ਇੱਕੋ ਨਾਮ ਹੈ, ਇੱਕ ਪਰਮਾਤਮਾ ਹੈ ਤੇ ਉਹਦਾ ਇੱਕੋ ਹੀ ਨਾਮ ਆ ਅਕਾਲ ਪੁਰਖ ਵਾਹਿਗੁਰੂ। ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਬੰਤਰ ਨੂੰ ਬਣਾਇਆ। ਹਰ ਨਾਮ ਸਤ, ਉਹ ਹਰੀ ਪਰਮਾਤਮਾ ਜਿਹੜਾ ਹਰ ਇੱਕ ਜਗ੍ਹਾ ਤੇ ਹਾਜ਼ਰ ਨਾਜ਼ਰ ਹੋਣ ਵਾਲਾ, ਹਰ ਇੱਕ ਜਗ੍ਹਾ ਤੇ ਹਰਿਆਵਲਤਾ ਲਿਆਉਣ ਵਾਲਾ, ਹਰ ਇੱਕ ਨੂੰ ਹਰਿਆਂ ਭਰਿਆਂ ਦਰਸਾਉਣ ਵਾਲਾ, ਉਹ ਵਾਹਿਗੁਰੂ ਜਿਹੜਾ ਹੈ ਨਾ ਉਹ ਸੱਤ, ਉਹਨੂੰ ਨਿਸ਼ਚੇ ਕਰਕੇ ਸੱਚ ਜਾਣ ਕਿ ਉਹ ਸੱਚ ਪਰਮਾਤਮਾ ਦੇ ਇਹ ਸਾਰੀ ਬੰਤਰ ਬਣਾਈ ਹੋਈ ਹੈ। ਉਹਨੂੰ ਮਹਾਰਾਜ ਕਹਿੰਦੇ ਜਿਨ ਮਨ ਤੇਰੀ ਬੰਤ ਬਣਾਈ। ਮਨਾਂ ਜਿਹੜੇ ਵਾਹਿਗੁਰੂ ਨੇ ਤੇਰੀ ਬੰਤਰ ਨੂੰ ਬਣਾਇਆ, ਉਸੇ ਵਾਹਿਗੁਰੂ ਨੇ ਇਹ ਵਸਤੂਆਂ ਬਣਾਈਆਂ ਤੇ ਜਿਹਨੇ ਇਹ ਬਣਾਇਆ ਉਹਨੇ ਤੈਨੂੰ ਬਣਾਇਆ ਤੇ ਔਰ ਉਹ ਸਤ ਨਿਸ਼ਚੇ ਕੀਤਾ ਜਦੋਂ ਹਿਰਦੇ ਵਿੱਚ, ਫਿਰ ਪਾਇਓ ਗੁਰ ਅਮਰ ਪ੍ਰਗਾਸ। ਗੁਰੂ ਰਾਮਦਾਸ ਮਹਾਰਾਜ ਜਿਹੜਾ ਪ੍ਰਕਾਸ਼ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਪ੍ਰਾਪਤ ਕੀਤਾ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਨ। ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਦਾਤਾਂ ਲੈ ਕੇ ਦੁਨੀਆ ਨੂੰ ਤਾਰਨ ਵਾਸਤੇ ਸੰਸਾਰ ਵਿੱਚ ਆਏ ਹਨ। ਆਏ ਗੁਰੂ ਰਾਮਦਾਸ ਮਹਾਰਾਜ ਆਪ ਨੇ ਗੁਰੂ ਅਮਰਦਾਸ ਮਹਾਰਾਜ ਤੋਂ ਅਮਰ ਉਹਦੇ ਹੁਕਮ ਨੂੰ ਮੰਨ ਕੇ ਕਮਾ ਕੇ ਆਪਣੇ ਹਿਰਦੇ ਅੰਦਰੋਂ ਪ੍ਰਕਾਸ਼ ਨੂੰ ਪਾਇਓ ਪ੍ਰਾਪਤ ਕਰ ਲਿਆ। ਗੁਰੂ ਰੂਪ ਹੋ ਗਏ। ਅੰਧਕਾਰ ਨੂੰ ਕੱਟਣ ਵਾਲੇ ਜਿਨੇ ਇਹ ਸਭ ਕੁਝ ਉੱਪਰ ਜੋ ਦੱਸਿਆ ਹੈ ਨਾ ਉਹ ਬਣਾਇਆ, ਜਿਹਦੇ ਆਸਰੇ ਸਭ ਕੁਝ ਖੜਾ ਹੈ, ਟਿਕਿਆ ਹੋਇਆ ਹੈ। हे ਗੁਰੂ ਰਾਮਦਾਸ ਮਹਾਰਾਜ ਉਹ ਪ੍ਰਕਾਸ਼ ਉਹ ਦਾਤ ਗੁਰੂ ਅਮਰਦਾਸ ਸਾਹਿਬ ਤੋਂ ਪਾ ਕੇ ਤੁਸੀਂ ਉਹ ਰੂਪ ਨਿਰਗੁਣ ਦਾ ਸਰਗੁਣ ਰੂਪ ਬਣ ਗਏ ਹੋ। ਤੁਹਾਡੇ ਨਾਲ ਜਿਹੜੇ ਸਪਰਸ਼ ਕਰ ਲੈਂਦੇ, ਤੁਹਾਨੂੰ ਜਿਹੜੇ ਆ ਕੇ ਨਮਸਕਾਰ ਕਰ ਲੈਂਦੇ, ਜੁੜ ਜਾਂਦੇ ਨੇ ਮਹਾਰਾਜ, ਉਹਨਾਂ ਦੇ ਜੀਵਨ ਅੰਦਰ ਉਜਾਲਾ ਆ ਜਾਂਦਾ, ਖੇੜਾ ਆ ਜਾਂਦਾ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣਹਿ ਸੁਣਿਓ। ਜਿਹੜਾ ਕੱਚ ਵਰਗਾ ਜੀਵਨ ਸੀ ਔਰ ਕੱਚਾ ਲੋਹਾ ਆਦ ਸੀ, ਉਹ ਜਦੋਂ ਪਾਰਸ ਨੂੰ ਛੋਇਆ ਨਾ ਕੰਚਨ ਭਇਓ, ਉਹ ਸੋਨਾ ਬਣ ਗਿਆ। ਜਿਹਨੂੰ ਕੋਈ ਪਹਿਲਾਂ ਪੁੱਛਦਾ ਨਹੀਂ ਸੀ ਉਹਨੂੰ ਸੰਭਾਲ ਕੇ ਤਿਜੋਰੀਆਂ ਦੇ ਵਿੱਚ ਰੱਖਣ ਲੱਗ ਪਏ, ਜਿੰਦਿਆਂ ਦੇ ਵਿੱਚ ਰੱਖਣ ਲੱਗ ਪਏ, ਉਹ ਮੁੱਲ ਵਾਲਾ ਹੋ ਗਿਆ। ਜਿਹੜੇ ਜੀਵ ਨੂੰ ਕਦੇ ਕੋਈ ਪੁੱਛਦਾ ਨਹੀਂ ਸੀ ਔਰ ਕੱਚੇ ਲੋਹੇ ਦੀ ਗਲੇ ਹੋਏ ਦੀ ਨੁਮਾ ਇੱਧਰ ਉੱਧਰ ਭਟਕਦਾ ਫਿਰਦਾ ਸੀ ਨਾ, ਭੱਟ ਸਾਹਿਬਾਨ ਕਹਿੰਦੇ ਮਹਾਰਾਜ ਜਿੱਦਣ ਤੇਰੇ ਸ਼ਬਦ ਨੂੰ ਸ਼ਰਵਣੈ ਸੁਣਿਓ, ਕੰਨਾਂ ਨਾਲ ਸੁਣ ਲਿਆ, ਤੇਰੀ ਸ਼ੋਭ ਪ੍ਰਾਪਤ ਕਰ ਲਈ ਨਾ ਮਹਾਰਾਜ ਕੰਚਨ ਭਇਓ, ਉਹ ਸੋਨੇ ਵੱਤ ਹੋ ਗਿਆ। ਜਿੱਦਣ ਉਹਨੇ ਆਪਣੇ 5 ਕਰਮ ਇੰਦਰੇ, 5 ਗਿਆਨ ਇੰਦਰੇ, ਮਨ ਤੇ ਬੁੱਧ, ਇਹਨਾਂ 12 ਨੂੰ ਐਨ ਸਵਾਰ ਲਿਆ, ਸੁਧਾਰ ਲਿਆ ਮਹਾਰਾਜ, ਫਿਰ ਉਹ 12 ਬੰਨੀ ਦਾ ਸ਼ੁੱਧ ਸੋਨਾ ਹੋ ਗਿਆ, ਚਮਕ ਦਮਕ ਦੇ ਵਿੱਚ ਆ ਗਿਆ, ਉਹ ਚਮਕਣ ਲੱਗ ਪਿਆ। ਭਇਓ ਹੋ ਜਾਣਾ ਕੀਤਾ ਉਹਨੇ। ਸੋਨਾ ਚਮਕ ਦਮਕ ਵਿੱਚ ਆਉਣ ਵਾਸਤੇ ਬੜੇ ਦੁੱਖ ਸਹਾਰਦਾ ਹੈ। ਕਿਧਰੇ ਸੁਨਾਰ ਦੀਆਂ ਸੱਟਾਂ, ਕਿਧਰੇ ਅੱਗ ਦੀ ਤਪਸ਼, ਕੁੱਟ ਕੇ ਉਹਦਾ ਮੁੰਦੀ ਛੱਲਾ ਕੜਾ ਆਦਿ ਬਹੁਤਾ ਸਭ ਕੁਝ ਗਹਿਣੇ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਰੱਬ ਦਾ ਪਿਆਰਾ ਭਗਤ ਸੰਸਾਰ ਦੀਆਂ ਠੋਕਰਾਂ, ਈਰਖਾ ਆਦਿ ਦੀਆਂ ਚੋਟਾਂ ਜਿਹੜੀਆਂ ਨੇ ਖਾ ਕੇ ਉਹ 12 ਬੰਨੀ ਦਾ ਸੋਨਾ ਹੋ ਜਾਂਦਾ, ਪ੍ਰਗਟ ਹੁੰਦਾ 12 ਬੰਨੀ ਦਾ, ਔਰ ਸੋਨਾ ਭਇਓ ਹੋ ਗਿਆ। ਔਰ ਹੋਇਆ ਉਦੋਂ ਜਦੋਂ ਸ਼ਬਦ ਗੁਰ ਸ਼ਰਵਣੈ ਸੁਣਿਓ, ਜਦੋਂ ਗੁਰੂ ਦਾ ਬ੍ਰਹਮ ਦਾ ਸ਼ਬਦ
ਕੰਨਾਂ ਦੇ ਨਾਲ ਸੁਣਿਆ ਤੇ ਉਹਨੂੰ ਸੁਣ ਕੇ ਫਿਰ ਮੰਨਿਆ, ਜਿਹਨੂੰ ਮਹਾਰਾਜ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ, ਮਨ ਦੇ ਅੰਦਰ ਭਾਉ ਪ੍ਰੇਮ ਕੀਤਾ ਪਰਮਾਤਮਾ ਦੇ ਨਾਮ ਨਾਲ, ਪਰਮਾਤਮਾ ਦੇ ਨਾਲ ਅੰਦਰ ਦੀ ਮੈਲ ਜਿਹੜੀ ਫਿਰ ਉਤਰ ਗਈ। ਅੰਤਰਗਤ ਤੀਰਥ ਮਲ ਨਹਾਓ, ਅੰਦਰ ਹੀ ਤੇਰੇ ਤੀਰਥੀ, ਅੰਦਰ ਦੀ ਮੈਲ ਉਤਾਰਨ ਦੇ ਲਈ। ਔਰ ਉਹਨੂੰ ਉਹਦੇ ਤੇ ਨਹਾ, ਜਦੋਂ ਸ਼ਬਦ ਗੁਰੂ ਦਾ ਕੰਨਾਂ ਨਾਲ ਸੁਣਿਆ, ਜੀਵਨ ਕੰਚਨ ਵਰਗਾ ਬਣ ਗਿਆ, ਸੋਨੇ ਵਤ ਬਣ ਗਿਆ, ਕੀਮਤ ਵਾਲਾ ਬਣ ਗਿਆ। ਮਹਾਰਾਜ ਕਹਿੰਦੇ ਚਮਕ ਦਮਕ ਵਾਲਾ ਬਣ ਗਿਆ। ਬਿਖ ਤੇ ਅੰਮ੍ਰਿਤ ਹੋਇਓ। ਔਰ ਮਹਾਰਾਜ ਕਹਿੰਦੇ ਜਿਹੜੀ ਬਿਖ ਸੀ ਨਾ ਜ਼ਹਿਰ, ਤੇ ਜ਼ਹਿਰ ਤੋਂ ਅੰਮ੍ਰਿਤ ਬਣ ਗਿਆ, ਮਿੱਠਾ। ਮਹਾਰਾਜ ਉਹ ਕੀ ਸਾਹਿਬ ਕਹਿੰਦੇ ਜਿਨ੍ਹਾਂ ਦਾ ਜੀਵਨ ਵਿਖੇ ਵਿਕਾਰ ਬਦਫੈਲੀਆਂ ਦੁਰਾਚਾਰ ਦੁੱਖਾਂ ਦਰਦਾਂ ਕਲੇਸ਼ਾਂ ਨਾਲ ਅੱਤ ਦਾ ਦੁਖਦਾਈ ਜੀਵਨ ਬਣ ਗਿਆ ਸੀ, ਤੇ ਮਨੁੱਖ ਦਾ ਮਨ ਕਰਦਾ ਸੀ ਕੀ ਲੈਣਾ ਹੈ ਜੀਵਨ ਨੂੰ, ਜਿਉਂ ਕਿ ਬੜੇ ਦੁੱਖ ਨੇ, ਖਤਮ ਕਰ ਦੇਈਏ। ਬੜਾ ਦੁਖੀ, ਉਹਨੂੰ ਜੀਵਨ ਹੀ ਜ਼ਹਿਰ ਵਰਗਾ ਲੱਗਣ ਲੱਗ ਪਿਆ ਸੀ। ਔਰ ਮਹਾਰਾਜ ਸਾਹਿਬ ਕਹਿੰਦੇ ਉਹ ਜਿਹੜੇ ਵਿਕਾਰ ਜ਼ਹਿਰ ਨੇ ਉਹਨਾਂ ਤੋਂ ਅੰਮ੍ਰਿਤ ਹੋਇਓ, ਉਹ ਸਾਰਾ ਜੀਵਨ ਅੰਮ੍ਰਿਤਮਈ ਬਣ ਗਿਆ। ਜਿਹੜੇ ਬੋਲ ਬੜੇ ਕੜਵਾਟ ਵਾਲੇ ਸਾਨੂੰ ਮਿਠਾਸ ਭਰੇ ਬਣ ਗਏ। ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਹੋਇਆ ਕਿਵੇਂ? ਨਾਮ ਸਤਿਗੁਰ ਮੁਖ ਭਣਿਓ। ਜਦ ਸਤਿਗੁਰੂ ਨੇ ਜੋ ਆਪਣੇ ਸੁਭਾਈ ਮਨ ਮੁਖਾਰ ਬਿੰਦ ਤੋਂ ਨਾਮ ਭਣਿਓ ਉਚਾਰਨ ਕੀਤਾ ਹੈ ਨਾ, ਔਰ ਉਹਨੂੰ ਹਿਰਦੇ ਵਿੱਚ ਟਿਕਾਇਆ, ਸਤਿਗੁਰੂ ਦਾ ਜਿਹੜਾ ਨਾਮ ਬਖਸ਼ਿਸ਼ ਕੀਤਾ ਹੈ ਨਾ ਲੁਕਾਈ ਨੂੰ, ਜਦੋਂ ਉਸ ਜੀਵ ਨੇ ਲੁਕਾਈ ਵਿੱਚ ਰਹਿੰਦਿਆਂ ਆਪਣੇ ਮੁਖ ਤੋਂ ਭਣਿਓ ਉਹਨੂੰ ਜਪਿਆ ਅਰਾਧਿਆ, ਉਦੋਂ ਦੁੱਖ ਦਰਦ ਕਲੇਸ਼ ਉਪਦਰਵ ਬਦਫੈਲੀਆਂ ਦੁਰਾਚਾਰ ਸਾਰੇ ਦਾ ਸਾਰਾ ਨਸ਼ਟ ਹੋ ਗਿਆ। ਹੁਣ ਜੀਵਨ ਅੰਮ੍ਰਿਤਮਈ ਹੋ ਗਿਆ ਹੈ, ਅੰਦਰ ਅੰਮ੍ਰਿਤ ਨਾਮ ਵਰਖਾ ਹੋਈ ਆ। ਜਿਹੜੀ ਚੀਜ਼ ਦੀ ਵਰਖਾ ਹੋਵੇਗੀ, ਜਿਹੜੀ ਚੀਜ਼ ਘਰੇ ਇਕੱਠੀ ਕਰਾਂਗੇ ਉਹੀ ਬੌਲਤਾ ਹੋਣੀ ਹੈ ਨਾ। ਹੁਣ ਜਿਹੜੇ ਨੇ ਅੰਮ੍ਰਿਤ ਇਕੱਠਾ ਕੀਤਾ ਹੈ, ਅੰਮ੍ਰਿਤ ਘਰ ਦੇ ਵਿੱਚ ਲਿਆਂਦਾ ਹੈ, ਤੇ ਅੰਮ੍ਰਿਤਮਈ ਹੋਣਾ ਹੈ ਨਾ ਘਰ ਵੀ। ਤੇ ਜਿਹਨੇ ਕੂੜਾ ਕਰਕਟ ਬਦਫੈਲੀਆਂ ਇਕੱਠੀਆਂ ਕੀਤੀਆਂ ਉਹ ਵਧਣੀਆਂ। ਹੁਣ ਕੋਈ ਸੱਪਾਂ ਨੂੰ ਪਾਲੇ, ਕੋਈ ਜ਼ਹਿਰਾਂ ਇਕੱਠੀਆਂ ਘਰੇ ਕਰੀ ਜਾਵੇ, ਤੇ ਹਰ ਵਕਤ ਭੈ ਹੀ ਰਹੇਗਾ ਨਾ ਕਿ ਕਿਤੇ ਗਲਤੀ ਨਾ ਮੇਰੇ ਹੱਥ ਨੂੰ ਲੱਗ ਗਈ ਤੇ ਮੇਰੇ ਅੰਦਰ ਚਲੀ ਗਈ, ਮੈਂ ਪਾਰ ਬੋਲ ਜਾਊਂ। ਨਹੀਂ ਤੇ ਕਿਤੇ ਬੱਚੇ ਨੇ ਜਾਂ ਹੋਰ ਘਰ ਦੇ ਸੰਬੰਧੀ ਨੇ ਕਿਤੇ ਇਹਨੂੰ ਚੱਖ ਲਿਆ ਗਲਤੀ ਨਾ ਵੀ, ਤੇ ਉਹ ਪਾਰ ਬੋਲ ਜੂ, ਭੈ ਆ ਨਾ। ਤੇ ਜਿਹੜੀਆਂ ਚੰਗੀਆਂ ਚੀਜ਼ਾਂ ਨਰੋਗਤਾ ਵਾਲੀਆਂ ਘਰੇ ਰੱਖੀਆਂ ਨੇ, ਸੁਗੰਧੀਦਾਰ ਰੱਖੀਆਂ, ਉਹਦਾ ਭੈ ਨਹੀਂ ਰਹਿੰਦਾ। ਉਹਨੂੰ ਭਾਵੇਂ ਬੱਚਾ ਹੱਥ ਲਾ ਲਵੇ, ਭਾਵੇਂ ਬਜ਼ੁਰਗ ਲਾ ਲਵੇ, ਭਾਵੇਂ ਨੌਜਵਾਨ ਉਹਨੂੰ ਵਰਤ ਲਵੇ, ਔਰ ਉਹਦਾ ਭੈ ਨਹੀਂ, ਖੁਸ਼ੀ ਹੁੰਦੀ ਆ। ਘਰ ਦੇ ਅੰਦਰ ਜਿਹੜਾ ਬਾਣੀ ਲੈ ਗਿਆ, ਔਰ ਉਹ ਬਜ਼ੁਰਗ ਪੜ੍ਹੇ, ਨੌਜਵਾਨ ਪੜ੍ਹੇ, ਔਰ ਉਹਨੂੰ ਬੱਚਾ ਪੜ੍ਹੇ, ਮਨ ਨੂੰ ਖੁਸ਼ੀ ਹੋਏਗੀ ਮੇਰਾ ਧੀ ਪੁੱਤਰ ਬਾਣੀ ਪੜ੍ਹਨ ਲੱਗ ਪਿਆ ਸੋ, ਗੁਰੂ ਵੱਲ ਨੂੰ ਮੁੜ ਪਿਆ। ਮਹਾਰਾਜ ਕਹਿੰਦੇ ਆਪਣੇ ਘਰ ਦੇ ਅੰਦਰ, ਜੀਵਨ ਦੇ ਅੰਦਰ, ਹਿਰਦੇ ਘਰ ਦੇ ਅੰਦਰ ਤੂੰ ਸੰਸਾਰ ਦੇ ਵਿੱਚੋਂ ਅਵਗਨ ਇਕੱਠੇ ਕੀਤੇ ਨੇ, ਅਵਗਨ ਗੁਨਾਹ ਕੂੜਾ ਕਰਕਟ, ਔਰ ਜਿਹੜੇ ਮਾੜੇ ਗੁਨਾਹ ਅਵਗਨ ਨੇ, ਮਾੜੇ ਗੰਦੇ ਵਿਚਾਰ ਤੇ ਮਾੜੀ ਸੰਗਤ ਚੋਂ। ਹੁਣ ਉਸ ਬੰਦੇ ਨੂੰ ਆਪਾਂ ਕਿੱਡਾ ਕੁ ਸਿਆਣਾ ਕਹਾਂਗੇ, ਗੱਲਾਂ ਬੜੀਆਂ ਸਿਆਣੀਆਂ ਕਰੇ, ਬੜੇ ਬੜੇ ਐਗਜ਼ਾਮਪਲ ਦੇਵੇ, ਪਰ ਪੱਲੇ ਉਹਦੇ ਕੂੜਾ ਕਰਕਟ ਹੋਵੇ, ਪੱਲੇ ਉਹਦੇ ਗੰਦੇ ਵਿਚਾਰ ਹੋਣ, ਗੰਦੀ ਸੋਚ ਸਮਝ ਹੋਵੇ, ਤੇ ਬਾਹਰੋਂ ਮੇਰੀ ਤਰ੍ਹਾਂ ਬੜਾ ਚਿੱਟੇ ਕੱਪੜੇ ਪਾ ਕੇ ਤੇ ਆਖੇ ਬਈ ਮੈਂ ਵੱਡਾ ਗੁਰਸਿੱਖ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਿਆਣਾ ਨਹੀਂ ਜਿਹੜਾ
ਔਰ ਦੂਜੇ ਲੋਕ ਘਰ ਦੇ ਗੰਦ ਮੰਦ ਬਾਹਰ ਕੱਢ ਕੇ ਸੁੱਟਦੇ ਆ, ਤੂੰ ਗੰਦ ਮੰਦ ਆਪਣੇ ਅੰਦਰ ਲਈ ਆਉਣਾ, ਕਿੱਡਾ ਕੁ ਸਿਆਣਾ ਹੈ। ਇਹਨਾਂ ਨੂੰ ਬਾਹਰ ਸਿੱਟ ਤੇ ਔਰ ਸ਼ੁਭ ਗੁਣ ਜਿਹੜੇ ਉਹਨਾਂ ਨੂੰ ਹਿਰਦੇ ਵਿੱਚ ਲਿਆ ਵਸਾ। ਜਦੋਂ ਮੁਖ ਤੋਂ ਵਾਹਿਗੁਰੂ ਦਾ ਨਾਮ ਜਿਹੜਾ ਸੀ ਭਣਿਓ ਜਪਿਆ ਨਾ, ਫਿਰ ਮਹਾਰਾਜ ਕਹਿੰਦੇ ਵਿਕਾਰ ਬਦ ਫੈਲੀਆਂ ਅੰਦਰੋਂ ਧੋ ਧੋ ਕੇ ਬਾਹਰ ਨਿਕਲ ਗਈਆਂ, ਪਵਿੱਤਰ ਹੋ ਗਿਆ ਜੀਵਨ। ਹੁਣ ਬੋਲ ਵੀ ਪਵਿੱਤਰ ਹੋ ਗਏ, ਉਹਦੀ ਨਦਰ ਵੀ ਅੰਮ੍ਰਿਤ ਬਣ ਗਈ, ਉਹਦਾ ਜੀਵਨ ਵੀ ਅੰਮ੍ਰਿਤ ਬਣ ਗਿਆ, ਉਹਦੇ ਬੋਲ ਵੀ ਅੰਮ੍ਰਿਤ ਬਣ ਗਏ, ਉਹਦੀ ਨਦਰ ਵੀ ਅੰਮ੍ਰਿਤ ਬਣ ਗਈ, ਉਹਦੀ ਸਰੋਤ ਵੀ ਅੰਮ੍ਰਿਤ ਬਣ ਗਈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਸੰਸਾਰ ਦੇ ਅੰਦਰ ਰਹਿ ਕੇ ਜਦੋਂ ਨਿਰੰਕਾਰ ਨੂੰ ਜਪਿਆ, ਜਦੋਂ ਜਪ ਲਿਆ ਨਾ, ਫਿਰ ਲੋਹ ਹੋਇਓ ਲਾਲ। ਔਰ ਮਹਾਰਾਜ ਸਾਹਿਬ ਕਹਿੰਦੇ ਜਿਹੜਾ ਲੋਹਾ ਸੀ ਨਾ, ਲੋਹਾ ਜਿਹਨੂੰ ਛੇਤੀ ਕੋਈ ਤੱਕਦਾ ਨਹੀਂ ਸੀ, ਉਹ ਹੋਇਓ ਲਾਲ। ਉਹ ਲਾਲ ਹੋ ਗਿਆ। ਲਾਲ ਮੈਂ ਨਾ ਅੱਗ ਦੇ ਵਿੱਚ ਪਾ ਕੇ ਲਾਲ ਉਹ ਨਾ ਸਮਝ ਲਿਆ ਜੇ। ਲਾਲ ਜਿਵੇਂ ਹੀਰਾ ਮੋਤੀ ਲਾਲ ਹੁੰਦੇ ਨਾ, ਪੰਨੇ ਪੁਖਰਾਜ, ਕਹਿੰਦੇ ਉਹ ਕੀਮਤੀ ਲਾਲ ਬਣ ਗਿਆ। ਜਿਹੜਾ ਜੀਵਨ ਲੋਹੇ ਵਰਗਾ ਸੀ ਨਾ, ਔਰ ਕੱਚਾ ਪਿੱਲਾ ਜਿਹਾ ਜਦੋਂ ਨਾਮ ਜਪਣ ਲੱਗ ਪਿਆ, ਪ੍ਰਭੂ ਦੀ ਕਿਰਪਾ ਹੋ ਗਈ, ਉਹ ਅਮੋਲਕ ਲਾਲ ਰਤਨ ਵਰਗਾ ਬਣ ਗਿਆ। ਅਮੋਲਕ ਲਾਲ ਬਣ ਗਿਆ ਜਿਹਦਾ ਕੋਈ ਮੁੱਲ ਹੀ ਨਹੀਂ। ਇੰਨੀ ਤਬਦੀਲੀ, ਇੰਨਾ ਬਦਲਾਓ ਆਇਆ ਕਦ? ਮਹਾਰਾਜ ਕਹਿੰਦੇ ਔਰ ਇਹ ਸਭ ਕੁਝ ਉਦੋਂ ਹੋਇਆ, ਉਦੋਂ ਇਹ ਲਾਲ ਬਣਿਆ। ਨਦਰ ਸਤਿਗੁਰ ਜਦ ਧਾਰੈ, ਜਦੋਂ ਸੱਚੇ ਗੁਰੂ ਨੇ ਆਪਣੀ ਮਿਹਰ ਭਰੀ ਨਦਰ ਜੀਵ ਦੇ ਉੱਪਰ ਕੀਤੀ। ਹੁਣ ਜੀਵ ਦੇ ਉੱਪਰ ਗੁਰੂ ਨਦਰ ਮਿਹਰ ਦੀ ਕਦੋਂ ਕਰਦਾ ਹੈ? ਜਦੋਂ ਗੁਰੂ ਕੋਈ ਜਪਦਾ, ਗੁਰੂ ਨੂੰ ਜਪਦਾ। ਤੇ ਗੁਰੂ ਨੂੰ ਜਦੋਂ ਜਪਦਾ, ਥੋੜੇ ਮਾਤਰ ਵੀ ਗੁਰੂ ਦੇ ਤੱਕਦਿਆਂ ਨਦਰ ਪੈ ਜਾਂਦੀ ਆ, ਉਹਦੇ ਦੁੱਖਾਂ ਦਾ ਨਾਸ਼ ਹੋ ਜਾਂਦਾ, ਦਰਦਾਂ ਦਾ ਨਾਸ਼ ਹੋ ਜਾਂਦਾ। ਮਹਾਰਾਜ ਬਚਨ ਕਰਦੇ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬੇਦਾਰਿਓ। ਕਟਾਸ਼ ਮੈਨਾ ਹੁੰਦਾ ਦੇਖਦਾ ਕਿਸੇ ਹੋਰ ਪਾਸੇ ਸੀ, 71ਵੀਂ ਨਦਰ ਨਾਲ ਮੜੀ ਜੀ ਨਦਰ ਉਧਰ ਨੂੰ ਭਰ ਕੇ ਨਿਗਾਹਾਂ ਤੱਕਿਆ ਤੇ ਉਹ ਨਦਰ ਪੈ ਗਈ ਤੇ ਉਹਨੂੰ ਨਦਰੋ ਨਦਰੀ ਨਿਹਾਲ ਕਰ ਦਿੱਤਾ। ਮਹਾਰਾਜ ਕਹਿੰਦੇ ਆਪਣੇ ਦਾਸਾਂ ਦੇ ਦੁੱਖ ਖੰਡਨ ਕਰ ਦਿੱਤੇ। ਇਹ ਹੋਏ ਉਦੋਂ ਜਦੋਂ ਨਦਰ ਸਤਿਗੁਰ ਧਾਰੈ, ਮਿਹਰ ਦੀ ਨਦਰ ਕਰੇ। ਉਹਦੀ ਨਦਰ ਦੇ ਨਾਲ, ਨਦਰ ਤਾਂ ਹੋਣੀ ਜੇ ਤੂੰ ਜਪੇਂਗਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇੱਕ ਨਾਮ ਨੂੰ ਜਪ, ਤੇਰੇ ਤੇ ਨਦਰ ਹੋਵੇਗੀ। ਉਹਦੀ ਜੇ ਨਦਰ ਹੋ ਜਾਏ ਗਈ ਨਾ, ਫਿਰ ਲੱਖ ਖੁਸ਼ੀਆਂ ਪਾਤ ਸਾਈਆਂ। ਜੇ ਸਤਿਗੁਰ ਨਦਰ ਕਰੇ, ਫਿਰ ਇਹ ਸਭ ਕੁਝ ਤੈਨੂੰ ਮਿਲ ਜਾਵੇਗਾ। ਜਦੋਂ ਉਹ ਨਦਰ ਧਾਰੇ, ਨਦਰ ਕਰ ਦੇਵੇਗਾ ਤੇ ਉਹਦੀ ਮਿਹਰ ਦੀ ਨਦਰ ਪੈ ਗਈ। ਪਹਾਨ ਮਾਨਕ ਕਰੈ, ਗੁਰ ਗਿਆਨ ਗੁਰ ਕਹਿਓ ਵਿਚਾਰੈ। ਪਾਹਨ ਮਹਿਣਾ ਹੁੰਦਾ ਹੈ ਪੱਥਰ। ਜਿਹੜਾ ਪੱਥਰ ਵਰਗਾ ਕਠੋਰ ਸੀ ਨਾ ਜੀਵ, ਔਰ ਪਿਘਲਦਾ ਨਹੀਂ ਸੀ, ਤਰਸ ਨਹੀਂ ਸੀ ਆਉਂਦਾ, ਅੰਦਰੋਂ ਦ੍ਰਵੀਭੂਤ ਨਹੀਂ ਸੀ ਹੁੰਦਾ। ਤੇ ਜਿਹੜੇ ਮਾਨਕ ਨੇ ਉਹ ਪੱਥਰਾਂ ਦੇ ਪਹਾੜਾਂ ਦੇ ਵਿੱਚੋਂ ਹੀ ਨਿਕਲਦੇ। ਕਹਿੰਦੇ ਜਿਉਂ ਗੁਰੂ ਜਪੀ, ਗੁਰੂ ਦੀ ਸੇਵਾ ਕਰੀ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਨਾ, ਉਸ ਪੱਥਰ ਹਿਰਦਿਆਂ ਨੂੰ ਮਾਨਕ ਬਣਾ ਦੇਵੇਗਾ। ਚੁਣ ਲੈ ਮਾਨਕ ਮੋਤੀ, ਉਹਨਾਂ ਨੂੰ ਮਾਨਕ ਮੋਤੀਆਂ ਨੂੰ ਚੁਣ ਲਵੇਂਗਾ ਔਰ ਕੀਮਤ ਵਾਲਾ ਬਣ ਜਾਵੇਂਗਾ ਹਿਰਦੇ ਦੇ ਵਿੱਚ। ਔਰ ਤੇਰਾ ਹਿਰਦਾ ਮਾਨਕ ਦੀ ਨੁਮਾ ਹੋ ਜਾਵੇਗਾ। ਗਿਆਨ ਗੁਰ ਕਹਿਓ ਵਿਚਾਰੈ। ਜਦੋਂ ਗੁਰੂ ਦਾ ਗਿਆਨ ਹਿਰਦੇ ਵਿੱਚ ਪ੍ਰਗਟ ਹੋਇਆ, ਨਾਮ ਦੇ ਦੁਆਰਾ ਹਿਰਦੇ 'ਚ ਗਿਆਨ ਪ੍ਰਕਾਸ਼ ਹੋਇਆ ਤੇ ਗੁਰ ਕਹਿਓ ਵਿਚਾਰੈ। ਇਹ ਸਭ ਕੁਝ ਤਾਂ ਹੋਵਣਾ ਹੈ ਜੋ ਗੁਰੂ ਨੇ ਕਹਿਆ ਹੈ, ਤੈਨੂੰ ਹੁਕਮ ਕੀਤਾ ਹੈ, ਤੈਨੂੰ ਦੱਸਿਆ ਹੈ, ਸਮਝਾਇਆ ਹੈ। ਉਹਨੂੰ ਵਿਚਾਰ, ਹਿਰਦੇ ਦੇ ਅੰਦਰ ਵਿਚਾਰ ਕੇ ਮੇਰੇ ਗੁਰੂ ਨੇ ਆ ਤਾਂ ਖਾਣ ਨੂੰ ਨਹੀਂ ਕਿਹਾ, ਮੈਂ ਕਿਉਂ ਖਾਣਾ ਹੈ?
ਮੇਰੇ ਗੁਰੂ ਨੇ ਇਸ ਜਗ੍ਹਾ ਤੇ ਤਾਂ ਜਾਣ ਨੂੰ ਨਹੀਂ ਕਿਹਾ, ਮੈਂ ਕਿਉਂ ਜਾਣਾ ਹੈ। ਮੇਰੇ ਗੁਰੂ ਨੇ ਆਹ ਕੁਝ ਕਰਨ ਨੂੰ ਨਹੀਂ ਕਿਹਾ, ਮੈਂ ਕਿਉਂ ਕਰਦਾ। ਫੇਰ ਇਹ ਸਭੋ ਕੁਝ ਹੋਣਾ ਨਹੀਂ ਤੇ ਭਾਈ ਅਸੀਂ ਸੰਸਾਰ ਵਿੱਚ ਦਿਖਾਵਾ ਬਹੁਤ ਹੈ। ਸਿੱਖ ਅਖਵਾ ਲੈਣਾ ਬੜਾ ਸੌਖਾ ਹੈ, ਨਾਲ ਲਿਖ ਕੇ ਖਾਲਸਾ ਜਾਂ ਔਰ ਸਿੱਖ ਔਰ ਪੱਟੀ ਲਿਖਵਾ ਲੈਣੀ ਬੜੀ ਸੌਖੀ ਆ, ਪਰ ਸਿੱਖ ਹੋ ਜਾਣਾ ਔਰ ਖਾਲਸਾ ਹੋ ਜਾਣਾ ਬੜਾ ਔਖਾ ਹੈ। ਜੀਵਨ ਨੂੰ ਕਮਾਉਣਾ, ਮਹਾਰਾਜ ਇਹ ਨਹੀਂ ਕਹਿੰਦੇ ਤੂੰ ਅਖਵਾ, ਮਹਾਰਾਜ ਕਹਿੰਦੇ ਹੋ ਜਾ। ਅਖਵਾਉਣ ਦੀ ਲੋੜ ਨਹੀਂ ਪੈ ਗਈ, ਹੋ ਜਾ, ਤੂੰ ਸਿੱਖ ਹੋ ਜਾ। ਜਿਹੜਾ ਸਿੱਖ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਉਹਨੂੰ ਗੁਰੂ ਦੇ ਬਚਨ ਯਾਦ ਰਹਿੰਦੇ। ਆ ਨਹੀਂ, ਇਹ ਨਹੀਂ ਹੁੰਦਾ ਬਈ ਹੈ ਤਾਂ ਸਿੱਖ, ਹੈ ਤਾਂ ਅੰਮ੍ਰਿਤ ਧਾਰੀ, ਬਈ ਕਰਦਾ ਕੁਝ ਹੋਰ ਹੀ ਪਿਆ ਹੈ। ਮਹਾਰਾਜ ਮਿਹਰ ਕਰਦੇ ਨੇ, ਜੋ ਗੁਰੂ ਨੇ ਕਿਹਾ ਹੈ ਉਹਨੂੰ ਵਿਚਾਰੇ, ਵਿਚਾਰ ਕਰੇ ਤੇ ਫਿਰ ਗੁਰੂ ਕੀ ਕਰਦਾ। ਕਾਠ ਸ੍ਰੀ ਖੰਡ ਸਤਿਗੁਰ ਕੀਓ। ਸਤਿਗੁਰੂ ਇੰਨੀ ਕੁ ਮਿਹਰ ਫਿਰ ਉਸ ਸਿੱਖ ਤੇ, ਉਸ ਸੇਵਕ ਤੇ ਕਰਦਾ। ਕਾਠ ਮਹਿਣਾ ਹੁੰਦਾ ਲੱਕੜ, ਤੇ ਲੱਕੜਾਂ ਆਮ ਜੰਗਲ 'ਚ ਵੀ ਪਈਆਂ ਹੁੰਦੀਆਂ, ਘਰਾਂ 'ਚ ਵੀ ਪਈਆਂ ਹੁੰਦੀਆਂ। ਜਿੰਨੀ ਬਨਸਪਤੀ ਇਹ ਸਾਰੀ ਲੱਕੜਾਂ ਹੀ ਆ ਨਾ, ਤੇ ਉਹਦਾ ਮੁੱਲ ਤੁੱਛ ਜਿਹਾ ਹੁੰਦਾ, ਤੁੱਛ ਜਿਹਾ। ਤੇ ਜਿਹੜਾ ਹੁਣ ਜੰਗਲ ਦੇ ਵਿੱਚ ਲੱਕੜਾਂ ਨੇ, ਤੇ ਲੱਕੜਾ ਜਿਹੜਾ ਮਰਜੀ ਜਾਂਦਾ ਹੈ, ਜਿਹੋ ਜੀ ਕਰਦਾ ਵੱਢ ਕੇ ਲੈ ਆਉਂਦਾ, ਉਹਦਾ ਮੁੱਲ ਥੋੜ੍ਹਾ ਹੈ, ਕੋਈ ਦੁੱਕੀ ਦੁਆਨੀ ਪੈਂਦਾ ਹੈ। ਪਰ ਉਸੇ ਜੰਗਲ ਦੇ ਵਿੱਚ ਇੱਕ ਚੰਦਨ ਹੈ, ਤੇ ਚੰਦਨ ਜਿਹੜਾ ਹੈ ਉਹ ਲਾਗੇ ਲਾਗੇ ਆਲਾ ਦੁਆਲਾ ਸੁਗੰਧਿਤ ਕਰ ਦਿੰਦਾ ਹੈ। ਆਪਣੇ ਵਰਗੇ ਉਹਨਾਂ ਵਿੱਚੋਂ ਸੁਗੰਧੀ ਆਣ ਲਾ ਦਿੰਦਾ ਹੈ। ਚੰਦਨ ਦੀ ਲੱਕੜ ਜਿਹੜੀ ਤੋਲਿਆ ਨਾ ਇੰਚਾਂ ਨਾਲ ਵਿਕਦੀ ਹੈ, ਇੰਚਾਂ ਨਾਲ। ਆ ਦੂਜੀ ਲੱਕੜ ਵਰਗਾ ਮੁੱਲ ਨਹੀਂ ਉਹਦਾ ਹੁੰਦਾ, ਉਹਦੇ 'ਚ ਸੁਗੰਧੀ ਆ, ਤੇ ਉਹ ਇੰਚਾਂ ਦੇ ਨਾਲ ਕੱਟ ਕੱਟ ਕੇ ਵੇਚਦੇ ਆ, ਬੜੀ ਆ ਮੁੱਲ ਕੇ। ਇਹ ਕਹਿ ਲਓ ਸੋਨੇ ਦਾ ਦੂਜਾ ਰੂਪ ਹੀ ਆ, ਐਉਂ ਮਹਿੰਗੀ ਵੇਚਦੀ। ਮਹਾਰਾਜ ਕਹਿੰਦੇ ਜਿਹੜਾ ਤੇਰਾ ਲੱਕੜ ਵਰਗਾ ਆਮ ਸਰੀਰ ਆ ਨਾ ਸਜਣਾ, ਜੇ ਤੂੰ ਗੁਰੂ ਗੁਰੂ ਜਪੇ, ਨਾਮ ਦੀ ਸੁਗੰਧੀ ਤੇਰੇ ਹਿਰਦੇ 'ਚ ਭਰ ਜਾਵੇਗੀ। ਜਿਹਨੂੰ ਭਗਤ ਜੀ ਨੇ ਕਿਹਾ ਤੁਮ ਚੰਦਨ ਹਮ ਏਰੰਡ ਬਾਪੁਰੇ, ਮਹਾਰਾਜ ਤੂੰ ਚੰਦਨ ਹੈ ਤੇ ਚੰਦਨ ਕੇ ਨਿਗਟੇ ਬਸੇ। ਚੰਦਨ ਦੇ ਕੋਲ ਵਸਦਿਆਂ ਉਹਦੇ 'ਚ ਸੁਗੰਧੀ ਭਰ ਜਾਂਦੀ ਆ, ਪਰ ਇੱਕ ਬਨਸਪਤੀ ਦਾ ਪੌਦਾ ਹੈ ਜਿਹਦੇ 'ਚ ਨਹੀਂ ਭਰਦੀ ਹੋਏ, ਵਾਂਸ ਸੁਗੰਧ ਨਾ ਹੋਏ। ਬਾਂਸ ਵਿੱਚ ਸੁਗੰਧੀ ਨਹੀਂ। ਕਈ ਵਾਰ ਮਨਮੁਖ ਮੇਰੇ ਵਰਗਾ ਭੇਖ ਬਣਾ ਕੇ ਗੁਰੂ ਕੋਲ ਰਹਿੰਦਾ ਹੈ, ਉਹਦੇ ਵਿੱਚ ਗੁਰੂ ਵਾਲੇ ਗੁਣ ਨਹੀਂ ਪਾਏ ਜਾਂਦੇ, ਸਿੱਖ ਵਾਲੇ ਗੁਣ ਨਹੀਂ ਪਾਏ ਜਾਂਦੇ। ਗੁਰੂ ਦੀ ਸਿੱਖਿਆ ਨੂੰ ਮੰਨਣ ਨੂੰ ਤਿਆਰ ਨਹੀਂ। ਨਗੁਰਾ ਜਿਉਂ ਬਹੁ ਬਾਤਾਂ ਜਾਣੇ, ਗੱਲਾਂ ਬੜੀਆਂ ਸੁਣਾਵੇਗਾ ਮੇਰੀ ਤਰ੍ਹਾਂ। ਨਹੀਂ ਜੀ ਆਹ ਨਹੀਂ ਜੀ ਉਹ ਆ ਜੀ, ਮੈਂ ਆਹ ਦੱਸਦਾ, ਆਪਣੀ ਪੀੜੀ ਥੱਲੇ ਸੋਟਾ ਹੀ ਨਹੀਂ ਮਾਰਦਾ ਕਿ ਮੇਰੇ ਕੋਲ ਕੀ ਆ। ਮਹਾਰਾਜ ਮਿਹਰ ਕਰਦੇ ਨੇ, ਐਸਾ ਨਾ ਹੋਵੇ ਗੁਰੂ ਜਿਹੜਾ ਏ ਤੈਨੂੰ ਚੰਦਨ ਬਣਾ ਦਿੰਦਾ ਏ, ਸੁਗੰਧੀ ਭਰ ਦਿੰਦਾ ਏ, ਔਰ ਜਿਹੜਾ ਮਹਾਰਾਜ ਸੁਗੰਧੀ ਅੰਦਰ ਨਾਮ ਦੀ ਭਰ ਕੇ ਕੀਮਤ ਵਾਲਾ ਬਣਾ ਦਿੰਦਾ ਹੈ, ਤੇਰਾ ਕੋਈ ਮੁੱਲ ਪੈਂਦਾ ਹੈ। ਦੁਨੀਆ ਦੇ ਵਿੱਚ ਦੁਨੀਆਦਾਰ ਬੜੇ ਸੰਸਾਰ ਤੋਂ ਚਲੇ ਜਾਂਦੇ ਨੇ ਤੇ ਚਲੇ ਸਭਨਾਂ ਨੇ ਜਾਣਾ ਹੈ, ਪਰ ਜਿੱਦਣ ਕੋਈ ਜਪਣ ਵਾਲਾ ਭਗਤ ਗੁਰਸਿੱਖ ਕਮਾਈ ਵਾਲਾ ਸਾਧੂ ਸੰਤ ਤੁਰਦਾ ਹੈ ਤੇ ਦੁਨੀਆ ਪਿੱਛੋਂ ਉਹਨਾਂ ਨੂੰ ਯਾਦ ਕਰਦੀ ਰਹਿੰਦੀ। ਕਿਉਂ? ਉਹਦੇ ਅੰਦਰ ਸੁਗੰਧੀ ਨਾਮ ਦੀ ਸੀ। ਤੇ ਜਿੱਥੇ ਉਹ ਰਿਹਾ ਚੰਦਨ ਰਿਹਾ, ਜਿੱਥੇ ਫੁੱਲਾਂ ਦਾ ਬੂਟਾ ਆਵੇ ਉਹ ਮਿੱਟੀ ਦੇ ਵਿੱਚੋਂ ਵੀ ਸੁਗੰਧੀ ਆ। ਜਿੱਥੇ ਸ਼ਾਂਤੀ ਦਾ ਸੋਮਾ ਜਪਣ ਵਾਲਾ ਬੈਠਾ ਹੋਵੇ ਉਹ ਜਗ੍ਹਾ ਵੀ ਪਿੱਛੋਂ ਸ਼ਾਂਤੀ ਦਿੰਦੀ ਰਹਿੰਦੀ, ਉੱਥੇ ਵੀ ਸ਼ਾਂਤੀ ਦਾ ਉਪਦੇਸ਼ ਚੱਲਦਾ ਰਹਿੰਦਾ ਹੈ। ਮਹਾਰਾਜ ਮਿਹਰ ਕਰਦੇ ਨੇ। ਕਾਠੋ ਸ੍ਰੀ ਖੰਡ, ਸ੍ਰੀ ਖੰਡ ਦਾ ਅਰਥ ਆ, ਅਖਰੀ ਅਰਥ ਆ ਕਿ ਚੰਦਨ। ਗੁਰੂ ਤੈਨੂੰ ਚੰਦਨ ਬਣਾ ਦੇਵੇਗਾ। ਕੇਵਲ ਚੰਦਨ ਦੀ ਸੁਗੰਧੀ ਨਹੀਂ, ਚੰਦਨ ਸੁਗੰਧੀ ਦੂਜਿਆਂ 'ਚ ਭਰਦਾ ਹੈ, ਪਰ ਚੰਦਨ ਨਹੀਂ ਬਣਾ ਸਕਦਾ ਉਹ ਕਿਸੇ ਨੂੰ। ਚੰਦਨ ਦਾ ਬ੍ਰਿਸ਼ ਇੱਕ ਵੱਖਰਾ,
ਪਰ ਗੁਰੂ ਇੰਨੀ ਕਿਰਪਾ ਕਰੇਗਾ, ਤੈਨੂੰ ਚੰਦਨ ਬਣਾ ਦੇਵੇਗਾ। ਤੂੰ ਨਾਮ ਜਪ ਔਰ ਕੇਵਲ ਪਹਿਲਾਂ ਦੂਜਿਆਂ ਤੋਂ ਸੁਗੰਧੀ ਲੈਂਦਾ ਸੈਂ, ਹੁਣ ਦੂਜੀ ਦੁਨੀਆ ਨੂੰ ਸ਼ਾਂਤੀ ਦੇਣ ਵਾਲਾ ਬਣ ਜਾਵੇਂਗਾ। ਪਹਿਲਾਂ ਸ਼ਾਂਤੀ ਆਪ ਭਾਲਦਾ ਸਾਂ, ਹੁਣ ਤੂੰ ਸ਼ਾਂਤੀ ਵੰਡਣ ਵਾਲਾ ਬਣ ਜਾਏਗਾ। ਸਤਿਗੁਰੂ ਨੇ ਕੀਓ ਕਰ ਦਿੱਤੇ, ਬਣਾ ਦਿੱਤੇ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਹ ਬਣਾ ਦਿੱਤਾ। ਚੰਦਨ ਰੂਪ, ਅਕਾਲ ਰੂਪ, ਨਾਮ ਦਾ ਦਾਤਾ। ਤੇ ਸਤਿਗੁਰੂ ਨੇ ਜਿਹੜੇ ਸਿੱਖਾਂ ਤੋਂ ਦਾਤ ਬਖਸ਼ੀ, ਉਹਨਾਂ ਨੂੰ ਕਿਹਾ ਅੱਗੇ ਜੋ ਕਹੋਗੇ ਤੁਹਾਡੀ ਰਚਨਾ ਤੇ ਰੱਬ ਦਾ ਵਾਸਾ ਹੁੰਦਾ ਜਾਏਗਾ। ਮਹਾਰਾਜ ਨੇ ਇੰਨੀ ਕੁ ਦਾਤ ਬਖਸ਼ੀ ਉਹਨਾਂ ਨੂੰ। ਸੱਚੀ ਸਰਕਾਰ ਮਿਹਰ ਕਰਦੇ ਨੇ। ਔਰ ਸਤਿਗੁਰੂ ਨੇ ਕਿਰਪਾ ਜਦੋਂ ਕੀਤੀ, ਫਿਰ ਦੁੱਖ ਦਰਿਦਰ ਤਿੰਨ ਕੇ ਗਏ। ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਦੁੱਖ ਜਿਹੜੇ ਸਤਾਉਂਦੇ ਸਨ, ਤੇ ਦਲਿਦਰਤਾਈ ਜਿਹੜੀ ਕੰਗਾਲਤਾਈ ਜਨਮਾਂ ਜਨਮਾਂਤਰਾਂ ਦੀ ਬਾਹਰੋਂ ਵੀ ਪਈ ਹੋਈ ਸੀ, ਤੇ ਅੰਦਰੋਂ ਮਨ ਕਰਕੇ ਨਾਮ ਧਨ ਦੌਲਤ ਨਾ ਹੋਣ ਕਰਕੇ ਜਨਮਾਂ ਜਨਮਾਂਤਰਾਂ ਦੇ ਕੰਗਾਲ ਤੁਰੇ ਆਨੇ ਸਾਂ। ਗੁਰੂ ਨੇ ਕਿਰਪਾ ਕਰਕੇ ਅੰਦਰੋਂ ਵੀ ਮਾਲਾ ਮਾਲ ਕਰ ਦਿੱਤੇ ਤੇ ਬਾਹਰੋਂ ਵੀ ਮਾਲਾ ਮਾਲ ਕਰ ਦਿੱਤੇ। ਜਿਹਦੇ ਕੋਲ ਅੰਦਰ ਦਾ ਧਨ ਆ ਗਿਆ ਨਾ, ਬਾਹਰ ਦੀ ਦੁਨੀਆ ਧਨ ਚੁੱਕ ਕੇ ਉਹਨਾਂ ਦੇ ਦਾਲੇ ਦਾਲੇ ਘੁੰਮਦੀ। ਮਹਾਰਾਜ ਕਬੀਰ ਸਾਹਿਬ ਜਿਸ ਵਕਤ ਔਰ ਕਾਂਛੀ ਦੇ ਅੰਦਰ ਰਹਿੰਦਿਆਂ ਨਾਮ ਦੇ ਛੱਟੇ ਮਾਰਦਿਆਂ ਹੋਇਆਂ ਦੁਨੀਆ ਦੇ ਵਿੱਚ ਸਾਰੇ ਸ਼ੋਭਾ ਫੈਲ ਗਈ। ਇੱਕ ਰਾਜਾ ਆਇਆ, ਉਹ ਬੜੇ ਸੋਨੇ ਦੇ ਥਾਲ ਮੋਹਰਾਂ ਭਰ ਭਰ ਕੇ ਲਿਆਇਆ। ਆ ਕੇ ਕਬੀਰ ਸਾਹਿਬ ਨੂੰ ਕਹਿਣ ਲੱਗਾ, ਕਬੀਰ ਜੀ ਦਾ ਘਰ ਮਾਮੂਲੀ ਜਿਹਾ ਸੀ, ਅੱਜ ਵੀ ਗੁਸਤਾਖੀ ਮਾਫ ਹੋ ਜਿਹਾ ਹੀ ਹੈ। ਅੱਜ ਵੀ ਕਿਸੇ ਨੇ ਉੱਥੇ ਪੱਥਰ ਨਹੀਂ ਲਾਇਆ। ਮੈਂ 11 ਦੇ ਵਿੱਚ ਕਾਂਛੀ ਗਿਆ ਤੇ ਮੈਂ ਦੇਖ ਕੇ ਆਇਆ ਕਬੀਰ ਸਾਹਿਬ ਦਾ ਘਰ। ਹੁਣ ਵੀ ਉਵੇਂ ਇੱਕ ਪਾਸੇ ਇੱਟਾਂ ਜੀਆਂ ਟੱਠੀਆਂ ਹੋਈਆਂ ਨੇ, ਕੰਧਾਂ ਜੀਆਂ ਡਿੱਗੀਆਂ ਹੋਈਆਂ ਨੇ। ਕਿਤੇ ਸਾਡੇ ਪੰਥ ਨੂੰ ਇਹ ਔਰ ਸਮਝ ਆ ਜਾਵੇ, ਗੱਲ ਚੇਤੇ ਆ ਜਾਵੇ, ਉਹਦੀ ਕੇਅਰ ਕੀਤੀ ਜਾਵੇ, ਸੰਭਾਲ ਕੀਤੀ ਜਾਵੇ। ਬੜੀ ਵੱਡੀ ਵਿਰਾਸਤ ਹੋ, ਸੰਭਾਲੀ ਜਾਏ। ਔਰ ਪਿਆਰਿਓ ਕਬੀਰ ਸਾਹਿਬ ਨੂੰ ਕਹਿਣ ਲੱਗਾ, ਦੇਖ ਤੇਰੇ ਘਰ ਦੀ ਹਾਲਤ, ਮੈਂ ਬਾਹਰੋਂ ਮਾਲਾ ਮਾਲ ਨੇ ਤੇ ਤੂੰ ਅੰਦਰੋਂ ਮਾਲਾ ਮਾਲ ਨੇ। ਹੁਣ ਮਾਲਾ ਮਾਲ ਦੇ ਨਾਲ ਵਪਾਰ ਮਾਲਾ ਮਾਲ ਹੀ ਕਰਦਾ, ਕੰਗਾਲ ਨਾਲ ਵਪਾਰ ਨਹੀਂ ਇੱਕ ਮਾਲਾ ਮਾਲ ਕਰਦਾ। ਔਰ ਕਹਿਣ ਲੱਗੇ, ਦੇਖੋ ਮੇਰੇ ਕੋਲ ਮੈਂ ਅੰਦਰੋਂ ਖਾਲੀ ਤੇ ਤੁਸੀਂ ਬਾਹਰੋਂ ਖਾਲੀ, ਤੇ ਤੁਸੀਂ ਆ ਮੇਰੇ ਤੋਂ ਆ ਬਾਹਰ ਦਾ ਧਨ ਲਓ। ਭਗਤ ਫਕੀਰ ਆਉਂਦੇ ਆ, ਉਹਨਾਂ ਨੂੰ ਵਧੀਆ ਭੋਜਨ ਛਕਾਓ, ਧਨ ਹੋਰ ਭੇਜ ਦਿਆਂਗਾ, ਮੈਨੂੰ ਅੰਦਰ ਦਾ ਸਕੂਨ, ਅੰਦਰ ਦਾ ਨਾਮ ਬਖਸ਼ ਦਿਓ। ਤੇ ਜਦੋਂ ਇਹ ਗੱਲ ਕਹੀ ਤੇ ਕਬੀਰ ਸਾਹਿਬ ਹੱਸ ਪਏ। ਕਹਿਣ ਲੱਗੇ, ਰਾਜਾ ਸੋਨੇ ਚਾਂਦੀਆਂ ਨਾਲ ਰੱਬ ਨਹੀਂ ਉਹ ਮਿਲਦਾ, ਨਾਮ ਨਹੀਂ ਉਹ ਮਿਲਦਾ, ਇਹ ਤਾਂ ਭਗਵਾਨ ਪ੍ਰਸੰਨ ਹੋ ਜਾਵੇ ਤਾਂ ਮਿਲਦਾ ਹੈ। ਕਹਿਣ ਲੱਗੇ, ਕੰਚਨ ਸਿਉ ਪਾਈਐ ਨਹੀਂ ਤੋਲ। ਮਹਾਰਾਜ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਕੰਚਨ ਸਿਉ ਪਾਈਐ ਨਹੀਂ ਤੋਲ। ਕੰਚਨ ਸੋਨੇ ਨਾਲ ਤੁੱਲ ਕੇ ਨਾਮ ਭਗਵਾਨ ਨਹੀਂ ਮਿਲਦਾ। ਤੇ ਰਾਜੇ ਨੇ ਕਿਹਾ, ਮਿਲਦਾ ਕਿਵੇਂ? ਮਨ ਦੇ, ਰਾਮ ਲਿਆ ਹੈ ਮੋਲ। ਮਨ ਦੇ ਤੇ ਰੱਬ ਮੁੱਲ ਤੋਂ ਮਿਲ ਜਾਏਗਾ। ਮਨ ਉਹਨੂੰ ਦੇ ਦੇ, ਰੱਬ ਤੇਰਾ ਹੋ ਜਾਵੇਗਾ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਵੀ ਇਹ ਬਚਨ ਕੀਤੇ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਾ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਕ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਔਰ ਉਹਨੂੰ ਮਾਲਕ ਮਿਲਦਾ ਹੈ ਜਿਹੜਾ ਰੱਬ ਨਾਲ ਜੁੜ ਜਾਂਦਾ ਹੈ। ਨਾਮ ਆਇਆ, ਉਹ ਬਾਹਰੋਂ ਵੀ ਮਾਲਾ ਮਾਲ ਕਰ ਦਿੰਦਾ, ਦਲਿੱਦਰਤਾਈ ਕੰਗਾਲਤਾਈ ਚੁੱਕ ਦਿੰਦਾ ਹੈ। ਅੰਦਰੋਂ ਵੀ ਜਿਹੜੀ ਕੰਗਾਲਤਾਈ ਜੀਵਨ ਦੀ ਆ ਉਹਨੂੰ ਖਤਮ ਕਰ ਦਿੰਦਾ ਹੈ। ਜਦੋਂ ਨਾਮ ਧਿਆਇਆ ਤੇ ਦੁੱਖ ਦਲਿੱਦਰ ਗਏ, ਖਤਮ ਹੋ ਗਏ, ਨਸ ਗਏ। ਜਿਹਨੂੰ ਮਹਾਰਾਜ ਕਹਿੰਦੇ, ਨਸ ਵੰਝੋ ਕਿਲ ਵਿਖੋ, ਕਰਤਾ ਘਰ ਆਇਆ, ਦੂਤੇ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਮਾਲਕ ਪ੍ਰਗਟ ਹੋ ਗਿਆ। ਹੁਣ ਉਹ ਭੱਜ ਗਏ। ਸਤਿਗੁਰੂ ਚਰਨਾਂ ਜਿਨ ਪਰਸਿਆ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਨੂੰ ਪਰਸਿਆ, ਸਪਰਸ਼ ਕੀਤਾ, ਸ਼ਬਦ ਸਰੂਪ ਔਰ ਚਰਨਾਂ ਨੂੰ ਜਪਿਆ, ਹਿਰਦੇ ਵਿੱਚ ਟਿਕਾਇਆ। ਸੇ ਪਸ ਪਰੇਤ ਸੁਰ ਨਰ ਭੈ,
ਮਹਾਰਾਜ ਸਾਹਿਬ ਕਹਿੰਦੇ ਜਿਹੜੇ ਪਸ਼ੂ ਸਨ ਤੇ ਪ੍ਰੇਤ ਸਨ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਪ੍ਰੇਤੋ ਕੀ ਤੋਨ ਦੇਵਤਾ ਤਿਨ ਕਰਨੈ ਹਾਰੈ, ਉਹ ਕਰਨ ਵਾਲੇ ਨੇ ਪ੍ਰੇਤ ਤੋਂ ਦੇਵਤੇ ਬਣਾ ਦਿੱਤੇ। ਔਰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਉਹ ਜਿਹੜੇ ਸੁਰ ਔਰ ਦੇਵਤੇ ਸਨ ਔਰ ਨਰ ਸਨ, ਉਹਨਾਂ ਨੂੰ ਸੁਰ ਦੇਵਤੇ ਬਣਾ ਦਿੱਤਾ ਹੋ ਗਏ। ਜਦੋਂ ਗੁਰੂ ਦੇ ਕੋਲ ਆਏ ਨਾ, ਮਹਾਰਾਜ ਕਹਿੰਦੇ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਭ ਦੀਜੈ। ਜਿਹਦੇ ਗੁਰੂ ਵੱਲ ਹੋ ਜਾਵੇ ਨਾ, ਉਹਨੂੰ ਧਨ ਦਾ ਹੰਕਾਰ ਨਹੀਂ ਹੁੰਦਾ। ਤੇ ਧਨੀ ਕੋਈ ਆਪਣੀ ਹੈਂਕੜ ਨਾਲ, ਹੰਕਾਰ ਨਾਲ ਭਗਤ ਨੂੰ, ਸੰਤ ਨੂੰ, ਗੁਰ ਸਿੱਖ ਨੂੰ ਨੀਚਾ ਨਹੀਂ ਦਿਖਾ ਸਕਦਾ। ਜੇ ਇਹ ਗੱਲ ਹੁੰਦੀ ਨਾ, ਭਗਤ ਰਵਿਦਾਸ ਜੀ ਮਹਾਰਾਜ ਚਿਤੌੜ ਦੀ ਰਾਣੀ ਆ ਕੇ ਚਰਨ ਪਕੜਦੀ ਸੀ ਔਰ ਆਪਣੇ ਘਰ ਵਿੱਚ ਬੁਲਾਇਆ ਸੀ, ਤੇ ਪੰਡਤਾਂ ਨੇ ਔਰ ਜਿਹੜਾ ਰੌਲਾ ਪਾ ਲਿਆ ਸੀ ਅਸੀਂ ਨਹੀਂ ਭੋਜਨ ਛਕਣਾ। ਤੇ ਭਗਤ ਜੀ ਗਏ ਸਨ ਤੇ ਕਿਹਾ ਸੀ ਰਾਣੀ ਨੂੰ, ਕਹਿਣ ਲੱਗੇ ਝਾਲਾਂ ਨੂੰ, ਕਹਿੰਦੇ ਬੇਟਾ ਇਹਨਾਂ ਨੂੰ ਛਕਾਓ, ਸਾਡਾ ਕੀ ਹੈ, ਅਸੀਂ ਬਾਅਦ ਚ ਛਕ ਲਾਂਗੇ। ਪਾਸੇ ਹੋ ਕੇ ਬੈਠੇ ਪੰਡਤ ਲੋਕ ਛਕਣ ਲੱਗੇ, ਤੇ ਜਿਹੜਾ ਬੁਰਕੀ ਭੰਨੇ ਤੇ ਵੇਖੇ ਮੇਰੇ ਨਾਲ ਰਵਿਦਾਸ ਬੈਠਾ ਹੋਇਆ, ਮੇਰੀ ਥਾਲੀ 'ਚ ਖਾਂਦਾ, ਉਧਰੋਂ ਨਜ਼ਰ ਮਾਰਨ ਉਹ ਕਮਰੇ 'ਚ ਬੈਠਾ। ਹੁਣ ਕਹਿ ਕੁਝ ਸਕਣ ਨਾ, ਵਿੱਚ ਕੁਝ ਸਿਆਣੇ ਬੈਠੇ ਸਨ, ਕਹਿੰਦੇ ਉਹਦੇ 'ਚ ਰੱਬ ਵਸਦਾ ਜੇ, ਉਹਦੀ ਕਲਾ ਜੇ ਬਚਣਾ ਜੇ ਤੇ ਉਹਦੇ ਚਰਨ ਪਕੜ ਲਓ। ਸਾਰਿਆਂ ਨੇ ਜਾ ਕੇ ਉਹਨਾਂ ਨੇ ਭਗਤ ਜੀ ਦੇ ਚਰਨ ਪਕੜੇ। ਕਹਿੰਦੇ ਆਓ ਤੁਸੀਂ ਸਾਡੇ ਵਿੱਚ ਬੈਠੋ। ਜਿਹੜੇ ਕਹਿੰਦੇ ਸੀ ਨਾ ਅਸੀਂ ਦੇਖਣਾ ਨਹੀਂ ਚਾਹੁੰਦੇ, ਇਹ ਸ਼ੂਦਰ, ਇਹਦਾ ਪਰਛਾਵਾਂ ਨਾ ਪਵੇ, ਕਹਿੰਦੇ ਆਓ ਮਹਾਰਾਜ ਵਿੱਚ ਬੈਠੋ ਔਰ ਤੁਹਾਡੇ ਤੋਂ ਬਗੈਰ ਭੋਜਨ ਨਹੀਂ ਜੇ ਚੰਗਾ ਲੱਗਣਾ। ਤੇ ਰੱਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਸੀ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਾਈਆਂ ਮੇਰਾ ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਜੇ ਤੂੰ ਨਾ ਕਿਰਪਾ ਕਰੇ ਮੇਰੀ ਛੂਤ ਉਤੈ ਲੋਕ ਡਰਦੇ, ਮੈਨੂੰ ਕਿਵੇਂ ਨੇੜੇ ਲੈ। ਵੱਡੇ ਵੱਡੇ ਰਾਜੇ ਉਹਨਾਂ ਦੇ ਆ ਕੇ ਚਰਨ ਪਕੜਦੇ ਨੇ। ਜਿਹਦੇ ਗੁਰੂ ਵੱਲ ਹੋ ਜਾਵੇ ਤੇ ਮਹਾਰਾਜ ਕਹਿੰਦੇ ਨਾ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਮਹਾਰਾਜ ਤੂੰ ਮੇਰੇ ਵੱਲ ਹੈ, ਤੂੰ ਮੇਰੇ ਪਾਸੇ ਹੋਵੇਂ ਤੇ ਫਿਰ ਧਨਾੜ ਤੇ ਧਨ ਦਾ ਗਰਭ ਹੰਕਾਰ ਕੀ ਕਰ ਸਕਦਾ ਹੈ? ਉਹ ਕਿੱਥੇ ਮੈਨੂੰ ਝੁਕਾ ਸਕਦਾ, ਨਵਾ ਸਕਦਾ? ਕੋਈ ਹੈਂਕੜਬਾਜ਼ ਆ ਕੇ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ। ਜੇ ਗੁਰੂ ਮੇਰੇ ਵੱਲ ਹੋਵੇ, ਜਿਹਦੇ ਵੱਲ ਗੁਰੂ ਹੋ ਜਾਵੇ ਤੇ ਰਹਿਬਰ ਹੋ ਜਾਵੇ, ਇੱਕ ਪਾਸੇ ਲੱਖਾਂ ਬਾਹਾਂ ਤੇ ਲੱਖਾਂ ਲੋਕ ਉਹਨੂੰ ਮਾਰਨ ਤੇ ਤੁਲ ਜਾਣ, ਉਹਦਾ ਕੁਝ ਵਿਗਾੜ ਨਹੀਂ ਸਕਦੇ। ਮਹਾਭਾਰਤ ਦੇ ਯੁੱਧ ਦੇ ਵਿੱਚ ਪੰਜੋ ਪਾਂਡੋ ਸਨ, ਇੱਕ ਪਾਸੇ ਕਹਿੰਦੇ 18 ਖੂਣੀਆਂ ਸਨ। ਦੁਰਯੋਧਨ ਦੀ ਸੈਨਾ, ਬੜੇ ਬੜੇ ਵੱਡੇ ਵੱਡੇ ਸਲਿੱਪੇ ਸਾਰ ਸਨ, ਭੀਸ਼ਮ ਪਿਤਾਮਾ ਵਰਗੇ, ਗੁਰੂ ਦਰੋਣਾਚਾਰੀਆ ਵਰਗੇ। ਔਰ ਉਹਨੇ ਕੇਵਲ ਮੰਗਿਆ ਤੇ ਸਮੇਂ ਦਾ ਅਵਤਾਰ ਉਹਨਾਂ ਦੇ ਨਾਲ, ਦੁਹਾਈ ਰੱਬ ਦੀ, ਓਕੇ ਲੱਖਾਂ ਬਾਹਾਂ ਤੇ ਲੱਖਾਂ ਤੀਰ ਸਲਿੱਪੇ ਸਾਰ ਕਿੱਧਰ ਗਏ? ਮਿੱਟੀ 'ਚ ਮਿਲ ਗਏ। ਗੁਰੂ ਜੀ ਦੇ ਵਾਲੇ 10 ਲੱਖ ਫੌਜ ਮੁਲਖਈਆ ਤਰੋ ਤਾਜ਼ਾ ਚਮਕੌਰ ਦੀ ਗੜੀ ਦੇ ਉਦਾਲੇ ਆਂਦਾ ਹੈ ਤੇ 10 ਲੱਖ ਫੌਜ ਆਈ ਸੀ ਔਰ ਆਨੰਦਪੁਰੀ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਮੁਤਲਕ। ਔਰ ਉਹ ਜਿਹੜੀ ਸਾਰੀ ਮਾਰਤਾ ਨਹੀਂ ਗਈ, ਤੇ ਜਿਹੜੀ ਪਹਾੜੀ ਹਿੰਦੂ ਰਾਜਿਆਂ ਦੀ ਫੌਜ ਸੀ ਉਹ ਮਾਰਤਾ ਨਹੀਂ ਸੀ ਗਈ ਸਾਰੀ। ਰੰਗੜ ਜਿਹੜੇ ਸਨ ਉਹ ਮਾਰਤਾ ਨਹੀਂ ਗਏ ਸਨ ਸਾਰੇ। ਔਰ ਉਹ ਸਰਸਾ ਤੋਂ ਲੜਦੇ ਲੜਦੇ ਅੱਧ ਤੋਂ ਵੱਧ ਉਹ ਸਾਰਾ ਮੁਲਖਈਆ ਤੇ ਪਿਆਰਿਓ, ਔਰ ਗੜੀ ਦੇ ਨੇੜੇ ਕੋਈ ਨਾ ਢੁੱਕੇ ਅੰਦਰ ਭੁੱਖਣ ਭਾਣੇ 40 ਤੇ 40 ਨੇ ਇੱਕ ਇੱਕ ਬਾਹਰ ਆਣ ਕੇ 5-5 ਆ ਕੇ ਛੱਕੇ ਛਡਾ ਦਿੱਤੇ। ਔਰ ਮਹਾਰਾਜ ਕਹਿੰਦੇ ਗੁਰੂ ਮੇਰੇ ਅਕਾਲ ਵਾਲੇ, ਜਿਹਦੇ ਵੱਲ ਅਕਾਲ ਹੋ ਜਾਵੇ ਲੱਖਾਂ ਬਾਹਾਂ ਲੱਖਾਂ ਛਵੀਆਂ ਤਲਵਾਰਾਂ ਵੀ ਆ ਜਾਣ, ਉਹਦਾ ਕੁਝ ਨਹੀਂ ਜੇ ਵਿਗਾੜ ਸਕਦੀਆਂ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਔਰ ਲੱਖ ਬਾਹੇ ਕਿਆ ਕੀਜੈ, ਉਹਦਾ ਲੱਖਾਂ ਬਾਹਾਂ ਦਾ ਕੋਈ ਉਹਨੂੰ ਭੈ ਨਹੀਂ।
क्योंकि बाहां चलनियां तां हिलनियां तां ने, मेरे वल नूं वधने कदम तां ने जे मेरे गुरु ने चाहया। अगर नहीं चाहया तो ये उत्थे ही सुन्न हो जानियां, उत्थे ही रुक जानियां ने, अगे वधनियां नहीं। महाराज सच्चे पातशाह कृपा करदे ने, जदों ऐसा समा आ गया, साहब कहंदे जाम गुरु होए वल ज्ञान अर ध्यान अनन पर। जदों मनुख दे गुरु वल हुंदा है, ਉਹ ਗਿਆਨ ਗੁਰੂ ਦਾ ਪ੍ਰਾਪਤ ਕਰਦਾ ਹੈ, ਧਿਆਨ ਗੁਰੂ ਦੇ ਚਰਨਾਂ 'ਚ ਲਾਉਂਦਾ ਹੈ। ਜਦੋਂ ਗੁਰੂ ਉਹਦੇ ਵੱਲ ਹੁੰਦਾ ਹੈ, ਗੁਰੂ ਉਹਦੇ ਤੇ ਕਿਰਪਾ ਕਰਦਾ ਹੈ, ਫਿਰ ਉਹ ਸਿੱਖ ਦੇ ਅੰਦਰੋਂ ਗਿਆਨ ਗੁਰੂ ਦਾ ਬੋਲ ਨਿਕਲਦਾ ਹੈ ਤੇ ਉਹ ਬੋਲ ਜਿਹੜੇ ਸਰੋਤਿਆਂ ਦਾ ਧਿਆਨ ਗੁਰੂ ਵੱਲ ਲੈ ਜਾਂਦੇ ਨੇ। ਗੁਰੂ ਵੱਲ, ਆਪਣੇ ਵੱਲ ਨਹੀਂ, ਉਹ ਗੁਰੂ ਵੱਲ ਜੋੜ ਦਿੰਦਾ ਉਹਨਾਂ ਦਾ ਧਿਆਨ, ਤੇ ਆਪਣਾ ਧਿਆਨ ਵੀ ਔਰ ਬਚਨ ਕਰਦਿਆਂ ਗੁਰੂ ਦੇ, ਗੁਰੂ ਤੇ ਰੱਖਦਾ ਨਿਸ਼ਠਾ। ਮਹਾਰਾਜ ਕਹਿੰਦੇ ਅਨੰਨ ਮੁਖ ਦੇ ਉੱਪਰ ਉਹਦੇ ਹਰ ਵਕਤ ਗੁਰੂ ਦਾ ਬਚਨ ਵਸਦਾ ਹੈ, ਹਿਰਦੇ ਵਿੱਚ ਪ੍ਰਕਾਸ਼ ਹੁੰਦਾ, ਧਿਆਨ ਗੁਰੂ ਦੇ ਚਰਨਾਂ ਦਾ ਹੁੰਦਾ ਹੈ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਹੈ ਘਰ। ਮਹਾਰਾਜ ਕਹਿੰਦੇ ਜਦੋਂ ਗੁਰੂ ਵੱਲ ਹੋਵੇ, ਫਿਰ ਉਹ ਬ੍ਰਹਮ ਸ਼ਬਦ ਉਹਦਾ ਸਾਖੀ ਸੋ ਸੱਚਾ ਘਰ, ਸੱਚੇ ਮਾਲਕ ਦੇ ਘਰ ਅੰਦਰ ਸਾਖੀ ਮੈਨਾ ਗਵਾਹ ਹੁੰਦਾ ਹੈ। ਮਹਾਰਾਜ ਕਹਿੰਦੇ ਉਹ ਗਵਾਹ ਉਹਦਾ ਸ਼ਬਦ ਬਣੇਗਾ ਜਿੱਦਣ ਸੱਚੇ ਘਰ ਵਿੱਚ ਵਾਸਾ ਪਾਉਣਾ। ਇਹ ਸਾਖੀ ਸੋ ਸੱਚੇ ਘਰ, ਇਹ ਤਾਂ ਤੇਰਾ ਸਾਖੀ ਗਵਾਹ ਬਣਨਾ ਹੈ ਸ਼ਬਦ ਨੇ, ਜਦੋਂ ਆਪਣੇ ਘਰ ਦੇ ਹਿਰਦੇ ਦੇ ਵਿੱਚ ਔਰ ਸ੍ਰੇਸ਼ਟ ਹਿਰਦੇ ਨੂੰ ਬਣਾ ਕੇ ਸੱਚ ਦਾ ਵਾਸਾ ਹੋਇਆ, ਪਰਮਾਤਮਾ ਦਾ ਵਾਸਾ ਹੋਇਆ, ਤਾਂ ਹਿਰਦੇ ਦੇ ਅੰਦਰ ਔਰ ਉਹਨੇ ਵਸਣਾ ਤੇ ਪ੍ਰਗਟ ਹੋਣਾ ਹੈ। ਜੋ ਗੁਰੂ ਗੁਰੂ ਐਨਿਸ ਜਪੈ ਦਾਸ ਭਟ ਬੇਨਤ ਕਹਿ। ਜੋ ਆਪਣੇ ਮੁਖ ਤੋਂ ਰਾਤ ਬਦ ਨੇ ਗੁਰੂ ਗੁਰੂ ਜਪਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਸੇਵਕ ਔਰ ਭੱਟ ਦਾਸ, ਦਾਸਾ ਭੱਟ ਆ, ਇਹ ਭੱਟ ਦਾ ਨਾਂ ਆ। ਔਰ ਦਾਸ ਭੱਟ ਜਿਹੜਾ ਹੈ ਨਾ, ਉਹ ਕਹਿੰਦਾ ਜਿਹੜਾ ਰਾਤ ਦਿਨੇ ਜਪਦਾ ਹੈ ਤੇ ਭੱਟ ਬੇਨਤ ਕਹਿ, ਇਸ ਤਰ੍ਹਾਂ ਨਾਲ ਬੇਨਤੀਆਂ ਕਰਦਾ ਹੈ, ਉਚਾਰਨ ਕਰਦਾ ਹੈ। ਜੋ ਗੁਰੂ ਨਾਮ ਰਿਦ ਮੈਂ ਧਰੈ, ਜਿਹੜਾ ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਰੇ ਮੈਂ ਨਾ ਟਿਕਾ ਲੈਂਦਾ ਹੈ, ਸੋ ਜਨਮ ਮਰਨ ਦੋ ਥੇ ਰਹਿ। ਦਾਸਾ ਭੱਟ ਜੀ ਕਹਿੰਦੇ ਨੇ, ਔਰ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਿਹਦੇ ਹਿਰਦੇ ਅੰਦਰ ਗੁਰੂ ਦਾ ਨਾਮ ਟਿਕ ਜਾਂਦਾ ਹੈ, ਉਹ ਜਨਮ ਮਰਨ ਦੋਨਾਂ ਤੋਂ ਰਹਿਤ ਹੋ ਜਾਂਦਾ ਹੈ, ਅਕਾਲ ਦਾ ਰੂਪ ਹੋ ਜਾਂਦਾ ਹੈ। ਤੇ ਜੇ ਗੁਰੂ ਨੀਨਾ ਧਾਰਿਆ, ਫਿਰ ਭੱਟ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਗੈਰ ਹਨੇਰਾ ਕੋਪੇ, ਬਾਹਰ ਦੀਆਂ ਲਾਈਟਾਂ ਜਿੰਨੀਆਂ ਮਰਜ਼ੀ ਜਗਾ ਲਓ, ਅੱਖਾਂ ਜਿੰਨਾ ਮਰਜ਼ੀ ਨਜ਼ਰ ਭਰ ਕੇ ਤੱਕਦੀਆਂ ਨੇ, ਲੈਂਜ ਪਵਾ ਲਈਏ, ਐਨਕ ਬਣਾ ਲਈਏ, ਦੂਰਬੀਨ ਬਣਾ ਲਈਏ, ਖੁਰਦਬੀਨ ਬਣਾ ਲਈਏ, ਮਹਾਰਾਜ ਸਾਹਿਬ ਕਹਿੰਦੇ ਕੁਝ ਨਹੀਂ ਉਹ ਪੱਲੇ ਪੈਣਾ। ਗੁਰੂ ਤੋਂ ਬਗੈਰ ਹਨੇਰਾ ਹੀ। ਗੁਰੂ ਅੰਗਦ ਸਾਹਿਬ ਮਹਾਰਾਜ ਵੀ ਬਚਨ ਕਰਦੇ ਨੇ, ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਭਿਆਨਕ ਹਨੇਰਾ ਹੀ। ਬਾਹਰ ਦੀ ਲੈਟ ਬਾਹਰ ਚਾਨਣਾ ਕਰੇਗੀ, ਪਰ ਦਿਲ ਅੰਧਿਆਰੀ ਰਾਤ, ਅੰਦਰ ਚਾਨਣਾ ਗੁਰੂ ਨੇ ਕਰਨਾ ਆ। ਮਹਾਰਾਜ ਕਹਿੰਦੇ ਜੇ ਗੁਰੂ ਨੀ ਨਾ ਧਾਰਨ ਕੀਤਾ, ਗੁਰੂ ਗੁਰੂ ਜਪਿਆ ਨਹੀਂ, ਤੇ ਰਾਤ ਬਾ ਦਿਨ ਦਾ ਅੰਦਰ ਹਨੇਰਾ ਛਾਇਆ, ਤੇ ਗੁਰੂ ਤੋਂ ਬਗੈਰ ਸਮਝ ਕੋਈ ਨਹੀਂ ਆਉਂਦੀ, ਜਾਵਾਂ ਕਿੱਧਰ ਨੂੰ ਤੇ ਕਰਾਂ ਕੀ, ਮੇਰਾ ਜੀਵਨ ਹੈ ਕੀ, ਤੇ ਇਹਦੇ ਨਾਲ ਮੈਂ ਕਰਨਾ ਕੀ, ਮੈਨੂੰ ਮਿਲਿਆ ਕਾਹਦੇ ਲਈ। ਮਹਾਰਾਜ ਕਹਿੰਦੇ ਸਮਝ ਕੋਈ ਨਹੀਂ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਤੋਂ ਬਗੈਰ ਸੁਰਤ ਟਿਕਦੀ ਨਹੀਂ, ਸੁਰਤ ਪਵਿੱਤਰ ਨਹੀਂ ਹੁੰਦੀ, ਔਰ ਸੁਰਤ ਦੇ ਵਿੱਚ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਗੁਰ ਬਿਨ ਮੁਕਤ ਨਾ ਪਾਵੇ, ਗੁਰੂ ਦੀ ਕਿਰਪਾ ਤੋਂ ਬਗੈਰ ਮੁਕਤੀ ਪ੍ਰਾਪਤ ਨਹੀਂ ਹੁੰਦੀ, ਜਿੰਨੇ ਮਰਜ਼ੀ ਯਤਨ ਕਰ ਲੈ। ਹੁਣ ਗੁਰੂ ਦੀ ਕਿਰਪਾ ਤਾਂ ਹੋਣੀ ਆ ਜੇ ਗੁਰੂ ਗੁਰੂ ਜਪਿਆ, ਔਰ ਗੁਰੂ ਮੁਕਤ ਕਰੇਗਾ। ਮਹਾਰਾਜ ਕਹਿੰਦੇ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਮਹਾਰਾਜ ਸਾਹਿਬ ਕਹਿੰਦੇ ਸੱਚੇ ਗੁਰੂ ਦੀ ਵਿਚਾਰ ਕਰ, ਤੇ ਹੇ ਮੇਰੇ ਮਨਾ
ਤੂੰ ਗੁਰੂ ਗੁਰੂ ਕਰ, ਗੁਰੂ ਗੁਰੂ ਜਪ। ਆਪਣੇ ਮਨ ਨੂੰ ਕਹਿ ਕਿ ਤੂੰ ਗੁਰੂ ਗੁਰੂ ਜਪਣਾ ਕਰ। ਗੁਰ ਕਰ ਸ਼ਬਦ ਸਪੁੰਨ, ਅਘਨ ਕਟੇ ਸਭ ਤੇਰੇ। ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹੈ ਨਾ, ਉਹਨੂੰ ਸਰੇਸ਼ਟ ਪੁੰਨ ਬਣਾ, ਸਾਰਿਆਂ ਨਾਲੋਂ ਵੱਡਾ ਪੁੰਨ ਹੈ। ਔਰ ਜਾਪ ਕਰਨਾ, ਸਿਮਰਨ ਕਰਨਾ, ਉਹਨੇ ਅੰਦਰ ਦੇ ਪਾਪਾਂ ਦਾ ਖਾਤਮਾ ਕਰਨਾ ਹੈ। ਅਸੀਂ 2 ਰੋਟੀਆਂ ਦੇ ਕੇ, ਗਿੱਠ ਕੱਪੜਾ ਦੇ ਕੇ ਕਹਿੰਦੇ ਬੜਾ ਮੈਂ ਪੁੰਨ ਦਾ ਕੰਮ ਕੀਤਾ, ਕਿਸੇ ਨੂੰ ਪਾਣੀ ਪਿਲਾ ਦਿੱਤਾ, ਪੁੰਨ ਦਾ ਕੰਮ ਕੀਤਾ। ਇਹ ਹੈ ਠੀਕ ਹੈ, ਅੱਛਾ ਕੰਮ ਹੈ, ਪਰ ਅੰਦਰ ਦੇ ਪਾਪ ਉਦਣ ਧੁਪਣੇ ਨੇ ਜਿੱਦਣ ਜਾਪ ਕੀਤਾ। ਅੰਦਰ ਦਾ ਸਕੂਨ ਉਦਣ ਮਿਲਣਾ ਹੈ। ਇਹਨਾਂ ਬਾਹਰ ਦੇ ਕਰਮਾਂ ਨੇ ਸਫਲ ਉਦਣ ਹੋਣਾ ਹੈ ਜਿੱਦਣ ਅੰਦਰੋਂ ਜਾ ਕੇ ਦੁੱਖ ਮਿਟਿਆ। ਹੁਣ ਬਾਹਰ ਦਾ ਜ਼ਖਮ ਹੋਵੇ ਨਾ ਆਪਣੇ ਸਰੀਰ ਤੇ, ਔਰ ਉਹ ਜ਼ਖਮ ਬਾਹਰੋਂ ਉੱਪਰੋਂ ਚਮੜੀ ਜੁੜ ਜਾਏ ਤੇ ਅੰਦਰੋਂ ਜ਼ਖਮ ਅੱਲਾ ਹੁੰਦਾ ਹੈ, ਜਿਹਨੂੰ ਕਹਿ ਲਈਏ ਕੱਚਾ ਹੁੰਦਾ, ਪੂਰਾ ਜੁੜਿਆ ਨਹੀਂ, ਚੀਰਫਾੜ ਹੋਈ ਹੋਵੇ। ਉਹ ਕਿਤੇ ਜ਼ਿਆਦਾ ਭੱਜੇ, ਜ਼ਿਆਦਾ ਦੌੜੇ, ਉਹ ਅੰਦਰੋਂ ਜ਼ਖਮ ਹਿੱਲ ਕੇ ਬਾਹਰੋਂ ਤਾਂ ਚਮੜੀ ਜੁੜੀ ਹੁੰਦੀ ਆ। ਤੇ ਕਈਆਂ ਦੇ ਐਸੇ ਹਾਲਾਤ ਤੁਹਾਨੂੰ ਮਿਲ ਜਾਣਗੇ, ਅੰਦਰੋਂ ਰੇਸ਼ੇ ਨਾਲ ਭਰ ਜਾਂਦਾ ਹੈ, ਖੂਨ ਨਾਲ। ਤੇ ਫਿਰ ਡਾਕਟਰ ਪਤਾ ਕੀ ਕਹਿੰਦੇ ਕਿ ਤੂੰ ਜ਼ਿਆਦਾ ਔਰ ਜਿਹੜਾ ਭੱਜਣਾ ਦੌੜਨਾ ਕੀਤਾ ਹੋਵੇਗਾ, ਕਹਿੰਦਾ ਬਾਹਰੋਂ ਜ਼ਖਮ ਠੀਕ ਸੀ, ਕਹਿੰਦੇ ਅੰਦਰੋਂ ਨਹੀਂ ਨਾ ਠੀਕ ਸੀ, ਅੰਦਰੋਂ ਠੀਕ ਹੋ ਲੈਣ ਦੇਣਾ ਸੀ। ਅਸੀਂ ਬਾਹਰ ਦੇ ਜਿਹੜੇ ਆ ਨਾ, ਬਾਹਰੋਂ ਠੀਕ ਕਰਨ ਦਾ ਯਤਨ ਕਰਦੇ ਹਾਂ, ਅੰਦਰ ਸਾਡੇ ਜ਼ਖਮ ਜਿਹੜੇ ਦੁੱਖ ਆ ਨਾ, ਉਹਨਾਂ ਨੂੰ ਸਹੀ ਕਰਨ ਦਾ ਯਤਨ ਕਰੀਏ। ਅਸਲੀ ਮਾਇਨਿਆਂ 'ਚ ਰੋਗ ਖਤਮ ਹੀ ਉਦੋਂ ਹੋਣਾ ਹੈ, ਫਿਰ ਦੁੱਖ ਨਹੀਂ ਆਉਂਦਾ ਜਦੋਂ ਅੰਦਰੋਂ ਠੀਕ ਕੀਤਾ ਇਹਨੂੰ। ਮਹਾਰਾਜ ਸੱਚੀ ਸਰਕਾਰ ਮਿਹਰ ਕਰਦੇ ਨੇ। ਉਹ ਸ਼ਬਦ ਸਪੁੰਨ ਸਰੇਸ਼ਟ ਪੁੰਨ ਕਰ। ਜਦੋਂ ਸ਼ਬਦ ਨੂੰ ਜਪੇਗਾ, ਮਹਾਰਾਜ ਕਹਿੰਦੇ ਅਘਨ, ਅਘਨ ਮੈਨਾ ਹੁੰਦਾ ਹੈ ਪਾਪ ਕੱਟੇ ਸਭ ਤੇਰੇ। ਸ਼ਬਦ ਦਾ ਜਾਪ ਕਰੇਗਾ, ਤੇਰੇ ਸਾਰੇ ਪਾਪ ਕੱਟੇ ਜਾਣਗੇ। ਤੇ ਜਾਪ ਕਿਵੇਂ ਕਰਨਾ? ਗੁਰ ਨੈਣ ਬੈਨ ਗੁਰ, ਗੁਰ ਗੁਰ ਕਰਹੁ। ਕਹਿਣ ਲੱਗੇ ਨੈਣ ਨੇਤਰਾ ਨਾਲ ਗੁਰੂ ਦਾ ਦਰਸ਼ਨ ਕਰ। ਗੁਰੂ ਦੀ ਛਵੀ, ਗੁਰੂ ਦੀ ਤਸਵੀਰ ਤੇਰੇ ਨੇਤਰਾਂ ਵਿੱਚ ਵਸੇ। ਗੁਰੂ ਗੁਰੂ ਜਪੇ ਤੇ ਗੁਰੂ ਤੇਰੇ ਸਾਹਮਣੇ ਦੇਦਾਰ ਹੋਵਣ ਕਿ ਐਸਾ ਗੁਰੂ ਹੈ ਮੇਰਾ। ਮਹਾਰਾਜ ਕਹਿੰਦੇ ਬੈਨ, ਬਚਨ ਸੁਣ ਕੰਨਾਂ ਨਾਲ ਗੁਰੂ ਦੇ, ਬੈਨ ਬਚਨ ਬੋਲ ਗੁਰੂ ਦੇ। ਤੇ ਗੁਰੂ ਗੁਰ ਗੁਰ ਕਰੋ, ਗੁਰੂ ਗੁਰੂ ਜਪੋ, ਗੁਰੂ ਗੁਰੂ ਕਹੋ ਉਚਾਰੋ। ਗੁਰੂ ਸਤ ਔਰ ਕਵ ਨਲ ਕਹਿ। ਇੱਥੇ ਨਲ ਭੱਟ ਜੀ ਜਿਹੜੇ ਨੇ ਕਹਿੰਦੇ ਗੁਰੂ ਸੱਚ ਸਰੂਪ ਜੇ ਦੁਨੀਆ ਦੇ ਲੋਗੋ, ਜੇ ਕੁਝ ਲੈਣਾ ਜੇ ਫਿਰ ਗੁਰੂ ਗੁਰੂ ਜਪੋ। ਔਰ ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮੈਂ। ਭੱਟ ਨਲ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਨਹੀਂ ਨਾ ਕੀਤਾ, ਆ ਜਿਹੜਾ ਜੀਵਨ ਮਿਲਿਆ ਹੈ ਨਾ, ਇਹ ਗੁਰੂ ਦੇ ਦੀਦਾਰ ਕਰਨ ਨੂੰ ਮਿਲਿਆ ਤੇ ਜਾਪ ਕਰਨ ਨੂੰ ਮਿਲਿਆ। ਬਾਕੀ ਤਾਂ ਸਾਰੇ ਹੀ ਕਰਦੇ। ਜੇ ਆਖੀਏ ਨਾ ਅਸੀਂ ਕਾਰੋਬਾਰ ਕਰਦੇ ਹਾਂ, ਬੱਚੇ ਪਾਲਦੇ ਹਾਂ, ਆਪਣਾ ਪੇਟ, ਤੇ ਮੱਝਾਂ ਗਾਵਾਂ ਜਿਹੜੀਆਂ ਨੀਲ ਗਾਵਾਂ, ਜਿਹੜੇ ਜੰਗਲੀ ਜਾਨਵਰ ਨੇ, ਉਹਨਾਂ ਦੇ ਬੱਚੇ ਨਹੀਂ ਹੁੰਦੇ, ਉਹ ਪਾਲਦੇ ਨਹੀਂ। ਔਰ ਜਿਹੜੇ ਆਲ੍ਹਣੇ ਬਣਾ ਕੇ ਪੰਛੀ ਰਹਿੰਦੇ ਆ ਦਰਖਤਾਂ ਦੇ ਉੱਪਰ, ਅਸੀਂ ਤਾਂ ਐਡੇ ਐਡੇ ਸੋਹਣੇ ਘਰ ਪਾਈ ਬੈਠੇ ਹਾਂ, ਤੇ ਕੀ ਉਹ ਬੱਚੇ ਨਹੀਂ ਪਾਲਦੇ? ਫਿਰ ਸਾਡੀ ਉਹਨਾਂ ਨਾਲੋਂ ਜਿਹੜੀ ਏ ਔਰ ਸ਼ੋਭਾ ਕਿਹੜੀ ਗੱਲ ਦੀ ਹੋਈ? ਫਿਰ ਸਾਨੂੰ ਉਹ ਸਰੀਰ ਮਿਲ ਜਾਂਦਾ। ਆ ਕਿਉਂ ਮਿਲਿਆ? ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਜੀਵਨ ਤੈਨੂੰ ਮਿਲਿਆ ਰੱਬ ਨੂੰ ਮਿਲਣ ਵਾਸਤੇ। ਇਹਦੇ ਦੁਆਰਾ ਨਾਮ ਜਪੇ। ਪਸ਼ੂ ਪੰਛੀ ਪੁਰਿੰਦਾ ਕੋਈ ਭਗਵਾਨ ਨੂੰ ਜਪ ਨਹੀਂ ਸਕਦਾ, ਉਹ ਅਦਗਤੀ ਜੂਨੀਆਂ ਨੇ। ਤੈਨੂੰ ਜਿਹੜੀ ਸਰਬੋਤਮ ਜੂਨ ਮਿਲੀ ਆ, ਔਰ ਪਰਮਾਤਮਾ ਨੂੰ ਮਿਲਣ ਵਾਸਤੇ ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹ ਜੂਨ ਨੂੰ ਪਾ ਕੇ, ਭੱਟ ਨਲ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਨਹੀਂ ਜਪਿਆ, ਨਹੁ ਕੀਓ, ਨਹੀਂ ਜਾਪ ਕੀਤਾ, ਤੇ ਉਹਨਾਂ ਦੀ ਹਾਲਤ ਕਿਹੜੀ ਆ? ਕਹਿੰਦੇ ਤੇ ਉਹ ਅਕਿਆਥ ਸੰਸਾਰ ਮੈਂ। ਸਕਿਆਥ ਹੁੰਦਾ ਹੈ ਸਫਲਾ, ਉਹਨਾਂ ਦਾ ਜੀਵਨ ਅਕਿਆਥ ਹੁੰਦਾ ਹੈ ਬਈ ਸਫਲ ਨਾ ਹੋ ਸਕਿਆ, ਔਰ ਸੰਸਾਰ ਵਿੱਚ ਉਹਨਾਂ ਦਾ ਜੀਵਨ ਬਿਖਰ ਗਿਆ, ਖਤਮ ਹੋ ਗਿਆ। ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਸਫਲਾ ਨਹੀਂ ਜੇ ਹੋਣਾ ਜਿਨ੍ਹਾਂ ਨੇ ਨਾ ਜਪਿਆ, ਨਾ ਦੀਦਾਰ ਕੀਤਾ, ਨਾ ਗੁਰੂ ਤੇ ਆਪਣਾ ਈਮਾਨ ਲਿਆਂਦਾ।
ਉਹਨਾਂ ਦੇ ਪੱਲੇ ਕੁਝ ਨਹੀਂ ਜੇ ਪੈਣਾ। ਜੇ ਕੁਝ ਚਾਹਨੇ ਆ ਤੇ ਪਰਮਾਤਮਾ ਨੂੰ ਜਪੀਏ, ਗੁਰੂ ਗੁਰੂ ਗੁਰ ਕਰ ਮਨ ਮੇਰੇ। हे ਮੇਰੇ ਮਨਾ, ਤੂੰ ਗੁਰੂ ਗੁਰੂ ਜਪ ਨਿਸ਼ਚੇ ਕਰਕੇ, ਜਿਹੜਾ ਅੰਧਕਾਰ ਨੂੰ ਕੱਟਣ ਵਾਲਾ ਹੈ। ਤਾਰਨ ਤਰਨ ਸਮਰੱਥ ਕਲਯੁਗ, ਕਲਯੁਗ ਦੇ ਵਿੱਚ ਪਾਰ ਉਤਾਰਨ ਵਾਸਤੇ ਸਮਰੱਥ ਗੁਰੂ ਹੈ ਤੇ ਤਰਨ ਉਹ ਜਹਾਜ਼ ਰੂਪ ਹੈ। ਤੂੰ ਜਪੇਂਗਾ ਤੈਨੂੰ ਭਵਜਲ ਤੋਂ ਪਾਰ ਲਾ ਦੇਵੇਗਾ। ਸੁਨਤ ਸਮਾਦ ਸ਼ਬਦ ਜਿਸ ਕੇਰੇ, ਜਿਸ ਪਰਮਾਤਮਾ ਦੇ ਬੋਲ ਸ਼ਬਦ ਜਾਪ ਨੂੰ ਸੁਣ ਕੇ ਔਰ ਸੁਰਤ ਜਿਹੜੀ ਇਹ ਸਮਾਧੀ ਸਥਿਤ ਹੋ ਜਾਂਦੀ, ਟਿਕਾਊ ਵਿੱਚ ਆ ਜਾਂਦੀ। ਟੁੱਟੀ ਹੋਈ ਸੁਰਤ ਜਿਹੜੀ ਆ ਜਨਮ ਤੋਂ ਲੈ ਕੇ ਉਹ ਜੁੜ ਜਾਂਦੀ ਹੈ ਪਰਮਾਤਮਾ ਦੇ ਸ਼ਬਦ ਦੇ ਨਾਲ। ਔਰ ਮਹਾਰਾਜ ਕਹਿੰਦੇ ਫੋਨਾ ਦੁੱਖਨ ਨਾਸ ਸੁਖਦਾਇਕ ਸੂਰ। ਤੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਜਿੰਨਾ ਸੁਰਤ ਨੇ ਜੁੜਨਾ ਹੈ, ਉਹ ਦੁੱਖਾਂ ਦਾ ਨਾਸ਼ਕ ਹੈ, ਦੁੱਖਾਂ ਨੂੰ ਨਾਸ਼ ਕਰਨ ਵਾਲਾ। ਤੇ ਸੁਖਦਾਇਕ ਸੂਰ, ਏਡਾ ਵੱਡਾ ਉਹ ਸੂਰਮਾ ਹੈ, ਸੁੱਖਾਂ ਨੂੰ ਦੇਣ ਵਾਲਾ ਤੇ ਦੁੱਖਾਂ ਦਾ ਸੰਘਾਰ ਕਰ ਦੇਣ ਵਾਲਾ। ਜੋ ਧਰਤ ਧਿਆਨ ਬਸਤ ਤੇ ਨੇਰੇ, ਜਿਹੜਾ ਗੁਰੂ ਦਾ ਧਿਆਨ ਧਰਦਾ ਟਿਕਾਉਂਦਾ ਹੈ, ਜਾਪ ਕਰਦਾ ਹੋਇਆ ਗੁਰੂ ਉਹਦੇ ਨੇੜੇ ਵਸਦਾ ਹੈ। ਸਦਾ ਅੰਗ ਸੰਗੇ ਅਭੰਗੰ ਬੈਬੂਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਉਹਦੇ ਨਾਲ ਵਸਦਾ। ਪੂਰੋ ਪੁਰਖ ਹਿਰਦੈ ਹਰਿ ਸਿਮਰਤ, ਮਹਾਰਾਜ ਕਹਿੰਦੇ ਹਰੀ ਦਾ ਸਿਮਰਨ ਕਰਨੇ ਆ। ਜਿਹੜਾ ਪੁਰਖ ਪਰਿਪੂਰਨ ਪਰਮਾਤਮਾ ਹੈ ਨਾ, ਸਰਬ ਵਿਆਪਕ, ਉਹ ਤੇਰੇ ਹਿਰਦੇ ਦੇ ਅੰਦਰ ਆ ਕੇ ਵਾਸਾ ਕਰੇਗਾ। ਮੁਖ ਦੇਖਤ ਅਗ ਜਾਹੇ ਪਰੇਰੇ, ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਸ਼ਨ ਕੀਤੇ ਆ, ਅੰਤਰ ਆਤਮੇ ਦੇਦਾਰ ਕੀਤੇ ਆ। ਦਰਸ਼ਨ ਕਰਦਿਆਂ ਨਾਲ ਹੀ ਅਗ ਦੁੱਖ ਜਿਹੜੇ ਨੇ ਭੱਜ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਜੋ ਹਰ ਬੁੱਧ ਰਿੱਧ ਸਿੱਧ ਚਾਹਤ, ਜਿਹੜਾ ਇਹ ਚਾਹੁੰਦਾ ਹੈ ਕਿ ਮੇਰੀ ਬੁੱਧੀ ਆਤਮ ਵਿਸ਼ੈਨੀ ਹੋਵੇ, ਜਿਹਨੂੰ ਇਹ ਕਹਿ ਲਈਏ ਬਈ ਮੇਰੀ ਚੰਗੀ ਬੁੱਧੀ ਹੋਵੇ, ਚੰਗੇ ਵਿਚਾਰ ਕੁਨ ਬਿਰਤੀ ਬਣ ਜਾਵੇ। ਮਹਾਰਾਜ ਕਹਿੰਦੇ ਰਿੱਧ, ਧਨ ਦਾ ਅੰਨ ਅਨਾਜ ਦਾ ਟੋਟਾ ਹੀ ਨਾ ਆਉਣਾ, ਜਿੰਨਾ ਮਰਜ਼ੀ ਵਰਤਾਈ ਜਾਣਾ। ਮਹਾਰਾਜ ਕਹਿੰਦੇ ਸਿੱਧ, ਕਰਾਮਾਤਾਂ ਜੋ ਮਰਜ਼ੀ ਕਰ ਸਕਣਾ। ਜਿਹੜਾ ਮਨੁੱਖ ਚਾਹਤ ਚਾਹੁੰਦਾ ਹੈ ਕਿ ਬੁੱਧੀ ਵਿਸ਼ਾਲ ਹੋਵੇ ਔਰ ਰਿਧੀ ਸਿੱਧੀ ਕੰਮ ਕਰੇ, ਮਹਾਰਾਜ ਕਹਿੰਦੇ ਨੇ ਭੱਟ ਸਾਹਿਬ ਕਹਿਣ ਲੱਗੇ ਗੁਰੂ ਗੁਰੂ ਗੁਰ ਕਰ ਮਨ ਮੇਰੇ। ਮੇਰੇ ਮਨਾ, ਜੇ ਤੂੰ ਇਹ ਸਭ ਕੁਝ ਚਾਹੁੰਦਾ ਹੈ ਨਾ, ਫਿਰ ਗੁਰੂ ਗੁਰੂ ਜਪ, ਗੁਰੂ ਗੁਰੂ ਨੂੰ ਆਰਾਧ, ਫਿਰ ਤੇਰੇ ਪੱਲੇ ਕੁਝ ਪੈਣਾ ਹੀ ਨਹੀਂ ਤੇ ਸੰਸਾਰ ਦੇ ਵਿੱਚ ਜਨਮ ਵਿਅਰਥ ਚਲਾ ਜਾਣਾ ਹੀ। ਜੇ ਤੂੰ ਚਾਹੁੰਦਾ ਹੈ ਮੇਰਾ ਜਨਮ ਸਫਲਾ ਹੋਵੇ ਤੇ ਫਿਰ ਗੁਰੂ ਗੁਰੂ ਜਪ। ਇਹ ਭੱਟ ਨਲ ਜੀ ਨੇ, ਭੱਟਦਾਸ ਜੀ ਨੇ ਜੋ ਸਾਡੇ ਤੇ ਕਿਰਪਾ ਕੀਤੀ ਹੈ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਉਸਤਤ ਕਰਦੀਆਂ ਹੋਈਆਂ ਔਰ ਉਹਦੇ ਵਿੱਚੋਂ ਤੁਸ਼ ਬੁੱਧੀ ਦੇ ਨਾਲ ਚੱਲ ਰਹੀ ਲੜੀਵਾਰ ਕਥਾ ਦੀ ਆਪ ਸੰਗਤਾਂ ਦੀ ਸਮਕਸ਼ ਪੜ ਪੜਾ ਕੇ ਵਿਚਾਰ ਰੱਖਣ ਦਾ ਯਤਨ ਕੀਤਾ ਹੈ। ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ। ਸਾਹਿਬ ਦੇ ਬਚਨ ਜਾਣ ਕੇ ਸਤਿਗੁਰੂ ਕੀ ਸੰਗਤ ਹਿਰਦਿਆਂ ਅੰਦਰ ਵਸਾਵਣੇ। ਦਾਸ ਨੂੰ ਆਪ ਸੰਗਤਾਂ ਦੇ ਦਰ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੇ। ਸਤਿਗੁਰੂ ਤੇ ਆਪ ਸੰਗਤ ਅੱਗੇ ਤੋਂ ਸ੍ਰੇਸ਼ਟ ਮਤ ਬੁੱਧ ਬਖਸ਼ਿਸ਼ ਕਰਿਆ ਜੇ। ਜੋ ਪੜ ਪੜਾ ਕੇ ਗੁਰੂ ਕੀ ਵਿਚਾਰ, ਗੁਰੂ ਆਛੇ ਅਨੁਸਾਰ ਗੁਰੂ ਕੀ ਸੰਗਤ ਨੂੰ ਸ਼ਰਵਣ ਕਰਾ ਸਕੀਏ। ਇਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।